हाँ जी बेटा, गुड मॉर्निंग स्टूडेंट्स टू ऑल ऑफ यू। 8th क्लास जनरल साइंस। सो बेटा असी अज न्यू चैप्टर स्टार्ट करांगे, ठीक है। वेट ए मिनट। हाँ जी, हाँ जी बेटा। सो साउंड चैप्टर अपन ने स्टार्ट करना बेटा अज, ठीक है जी। साउंड चैप्टर, ओके। So we hear sound from various sources like moving vehicles, television, music system, machinery, musical instruments and so on। ਤੁਹਾਨੂੰ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਚੱਲਦੀਆਂ ਦੇਖਦੀਆਂ ਆ, ਠੀਕ ਹੈ, ਜਿਹੜੀ ਕਿ ਸਾਊਂਡ ਜਿਹੜਾ ਉਹ ਪ੍ਰੋਡਿਊਸ ਕਰਦੀਆਂ ਨੇ, ਠੀਕ ਹੈ। ਸਾਊਂਡ ਇਜ਼ ਅ ਫਾਰਮ ਆਫ ਐਨਰਜੀ। ਸਾਊਂਡ ਇੱਕ ਐਨਰਜੀ ਆ, ਲਾਈਕ ਹੀਟ ਐਂਡ ਲਾਈਟ, ਠੀਕ ਹੈ। ਇੱਕ ਲਾਈਟ ਦੀ ਤਰ੍ਹਾਂ, ਇੱਕ ਹੀਟ ਦੀ ਤਰ੍ਹਾਂ ਇੱਕ ਐਨਰਜੀ ਹੁੰਦੀ ਆ। ਡੈਟ ਪ੍ਰੋਡਿਊਸ ਦ ਸੈਂਸੇਸ਼ਨ ਆਫ ਹੀਅਰਿੰਗ ਇਨ ਆਵਰਸ ਈਅਰਸ। ਸਾਡੇ ਜਿਹੜੇ ਆ ਕੰਨਾਂ ਦੇ ਵਿੱਚ ਇੱਕ ਆਵਾਜ਼ ਤੁਹਾਨੂੰ ਸੁਣਾਈ ਦਿੰਦੀ ਆ, ਡੈਟ ਇਜ਼ ਕਾਲਡ ਸਾਊਂਡ। ਵੀ ਟਾਕ ਐਂਡ ਕਮਿਊਨੀਕੇਟ, ਓਕੇ। ਵੀ ਟਾਕ ਐਂਡ ਕਮਿਊਨੀਕੇਟ ਵਿਦ ਅਦਰਸ ਬਾਏ ਪ੍ਰੋਡਿਊਸਿੰਗ ਸਾਊਂਡ, ਠੀਕ ਹੈ। ਅਸੀਂ ਕਿਸੇ ਨਾਲ ਗੱਲਬਾਤ ਕਰਦੇ ਹਾਂ, ਇੱਕ ਸਾਊਂਡ ਪ੍ਰੋਡਿਊਸ ਹੁੰਦੀ ਹੈ ਜਿਹੜੀ ਤੁਹਾਡੇ ਕੰਨਾਂ ਤੱਕ ਪਹੁੰਚਦੀ ਹੈ, ਤੁਹਾਨੂੰ ਉਹਦੀ ਆਵਾਜ਼ ਸੁਣਾਈ ਦਿੰਦੀ ਹੈ। ਦੈਨ ਤੁਸੀਂ ਜਿਹੜੀ ਆਪਣੀ ਕਨਵਰਸੇਸ਼ਨ ਆ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਾਂ। ਬਰਡਸ, ਇਨਸੈਕਟਸ ਐਂਡ ਐਨੀਮਲਸ are also capable of producing sound. When we talk about the sound, so many questions come to our mind. ਜਦੋਂ ਅਸੀਂ ਇੱਕ ਆਵਾਜ਼ ਬਾਰੇ ਗੱਲ ਕਰਦੇ, ਇੱਕ ਸਾਊਂਡ ਬਾਰੇ ਗੱਲ ਕਰਦੇ ਹਾਂ, ਤੁਹਾਡੇ ਮਨ 'ਚ ਬਹੁਤ ਸਾਰੇ ਕੁਐਸਚਨਸ ਆਉਂਦੇ ਆ, ਲਾਈਕ ਹਾਊ ਇਜ਼ ਸਾਊਂਡ ਪ੍ਰੋਡਿਊਸ, ਕਿਵੇਂ ਪ੍ਰੋਡਿਊਸ ਹੁੰਦੀ ਆ। ਹਾਊ ਡੂ ਵੀ ਹੀਅਰ ਸਾਊਂਡ, ਅਸੀਂ ਸਾਊਂਡ ਕਿਵੇਂ ਸੁਣਦੇ ਹਾਂ। ਵਾਈ ਆਰ ਦਾ ਸਮ ਸਾਊਂਡਸ ਲਾਊਡਰ ਦੈਨ ਅਦਰਸ, ਕੁਝ ਜਿਹੜੀਆਂ ਸਾਊਂਡਸ ਲਾਊਡ ਹੁੰਦੀਆਂ, ਕੁਝ ਫੇਂਟ ਹੁੰਦੀਆਂ ਆ, ਠੀਕ ਹੈ। ਹਾਊ ਡਸ ਸਾਊਂਡ ਟਰੈਵਲ ਫਰੋਮ ਵਨ ਪਲੇਸ ਟੂ ਅਨਦਰ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜੀ ਸਾਊਂਡ ਆ ਉਹ ਕਿਵੇਂ ਮੂਵ ਕਰਦੀ ਆ, ਠੀਕ ਹੈ। ਵਾਟ ਇਜ਼ ਮਿਊਜ਼ਿਕ, ਹਾਊ ਇਜ਼ ਮਿਊਜ਼ਿਕ ਡਿਫਰੈਂਟ ਫਰੋਮ ਨੋਇਸ। ਇੱਕ ਮਿਊਜ਼ਿਕ ਅਤੇ ਇੱਕ ਨੋਇਸ ਪੋਲਿਊਸ਼ਨ ਜਿਹਨੂੰ ਅਸੀਂ ਬੋਲਦੇ ਹਾਂ, ਇਹਨਾਂ ਦੋਨਾਂ ਵਿੱਚ ਕੀ ਅੰਤਰ ਆ। ਵਾਟ ਇਜ਼ ਦਾ ਨੋਇਸ ਪੋਲਿਊਸ਼ਨ, ਹਾਊ ਇਟ ਕਾਸਡ, ਨੋਇਸ ਪੋਲਿਊਸ਼ਨ ਕੀ ਹੁੰਦਾ, ਕੀ ਸਾਨੂੰ ਕਿਵੇਂ ਉਹਦੇ ਕੀ ਕਾਜ਼ ਕਰਦਾ ਹੈ ਉਹ। ਵੀ ਸ਼ੈਲ ਡਿਸਕਸ ਆਲ ਕੁਐਸਚਨਸ ਇਨ ਦਿਸ ਚੈਪਟਰ, ਓਕੇ ਬੇਟਾ। ਸਾਰਾ ਕੁਛ ਪੜ੍ਹਨਾ ਹੈ ਅਸੀਂ ਇਹਦੇ ਵਿੱਚ। ਸੋ ਫਸਟ ਇਜ਼ ਦਾ ਵਾਈਬ੍ਰੇਸ਼ਨ। ਵਾਈਬ੍ਰੇਸ਼ਨ ਵੈਨ ਯੂ ਪਲੱਗ ਦਾ ਸਟ੍ਰਿੰਗਸ ਆਫ ਏ ਗਿਟਾਰ, ਯੂ ਨੋਟਿਸ ਦੈਟ ਦ ਸਟ੍ਰਿੰਗ ਸਟਾਰਟ ਮੂਵਿੰਗ ਬੈਕ ਐਂਡ ਫੋਰਥ ਰੈਪਿਡਲੀ ਮੇਕਿੰਗ ਏ ਸਾਊਂਡ। ਤੁਸੀਂ ਕੋਈ ਵੀ ਗਿਟਾਰ ਲਾਓ, ਉਹਦੇ ਵਿੱਚ ਵਾਇਰਸ ਲੱਗੀਆਂ ਹੁੰਦੀਆਂ, ਤੁਸੀਂ ਦੇਖਣਾ। ਅਗਰ ਉਹ ਵਾਇਰਸ ਨੂੰ ਤੁਸੀਂ ਛੇੜਖਾਨੀ ਕਰਦੇ ਹੋ, ਠੀਕ ਹੈ, ਜਾਂ ਉਹਨੂੰ ਖਿੱਚਦੇ ਆ, ਪੁੱਲ ਕਰਦੇ ਆ, ਤਾਂ ਤੁਹਾਨੂੰ ਇੱਕ ਆਵਾਜ਼ ਜਿਹੜੀ ਆ ਉਹ ਸੁਣਾਈ ਦਿੰਦੀ ਆ, ਠੀਕ ਹੈ। ਵੈਨ ਯੂ ਪਲੇਸ ਯੂਅਰ ਪਾਮ ਔਨ ਦ ਸਪੀਕਰ ਆਫ ਦਾ ਮਿਊਜ਼ਿਕ ਸਿਸਟਮ ਪਲੇਇੰਗ ਲਾਊਡ ਮਿਊਜ਼ਿਕ, ਯੂ ਫੀਲ ਸਮ ਬੈਕ ਐਂਡ ਫੋਰਥ ਮੂਵਮੈਂਟ। ਜਦੋਂ ਤੁਸੀਂ ਕੋਈ ਵੀ ਸਪੀਕਰ ਲਾ ਲਓ, ਜਿਹੜੇ ਤੁਸੀਂ ਬੂਫਰ ਵਗੈਰਾ ਬੋਲਦੇ ਆ, ਬੂਫਰ ਨਾਲ ਅਟੈਚ ਹੁੰਦੇ ਆ, ਤਾਂ ਉਹਦੇ ਮੂਹਰੇ ਤੁਸੀਂ ਹੱਥ ਰੱਖਦੇ ਹੋ, ਉਹ ਥੋੜ੍ਹੀ ਵਾਈਬ੍ਰੇਸ਼ਨ ਤੁਹਾਨੂੰ ਪਤਾ ਫੀਲ ਹੁੰਦੀ ਆ, ਠੀਕ ਆ। ਉਹਨੂੰ ਅਸੀਂ ਵਾਈਬ੍ਰੇਸ਼ਨ, ਦਿਸ ਇਜ਼ ਅ ਵਾਈਬ੍ਰੇਸ਼ਨ। ਸੋ ਅ ਵਾਈਬ੍ਰੇਸ਼ਨ ਇਜ਼ ਅ ਰੈਪਿਡ ਬੈਕ ਐਂਡ ਫੋਰਥ ਮੂਵਮੈਂਟ ਆਫ ਐਨ ਆਬਜੈਕਟ ਅਬਾਊਟ ਇਟਸ ਮੇਨ ਪੋਜੀਸ਼ਨ, ਠੀਕ ਹੈ। ਸਾਊਂਡ ਇਜ਼ ਪ੍ਰੋਡਿਊਸਡ ਬਿਕੋਜ਼ ਆਫ ਵਾਈਬ੍ਰੇਸ਼ਨ। ਹੁਣ ਜਿਹੜੀ ਉਹ ਸਾਊਂਡ ਆ, ਸਾਊਂਡ ਜਿਹੜੀ ਪ੍ਰੋਡਿਊਸ ਕਾਹਤੋਂ ਹੁੰਦੀ ਆ, ਉਸ ਵਾਈਬ੍ਰੇਸ਼ਨ ਕਰਕੇ ਹੁੰਦੀ ਆ, ਠੀਕ ਹੈ। ਸਾਊਂਡ ਇਜ਼ ਪ੍ਰੋਡਿਊਸਡ ਬਾਈ ਅ ਵਾਈਬ੍ਰੇਟਿੰਗ ਆਬਜੈਕਟ, ਠੀਕ ਹੈ। ਐਵਰੀ ਸੋਰਸ ਆਫ ਸਾਊਂਡ ਇਜ਼ ਵਾਈਬ੍ਰੇਟਿੰਗ ਆਬਜੈਕਟ। ਇਨ ਅਦਰ ਵਰਡਸ ਐਵਰੀ ਵਾਈਬ੍ਰੇਟਿੰਗ ਆਬਜੈਕਟ ਪ੍ਰੋਡਿਊਸ ਸਾਊਂਡਸ, ਠੀਕ ਹੈ। ਐਵਰੀ ਸੋਰਸ ਆਫ ਸਾਊਂਡ ਇਜ਼ ਅ ਵਾਈਬ੍ਰੇਟਿੰਗ। ਜਿੱਥੋਂ ਕਿ ਸਾਊਂਡ ਪ੍ਰੋਡਿਊਸ ਹੁੰਦੀ ਆ, ਇਟ ਮੀਨਸ ਉਹ ਜਿਹੜੀ ਆ ਵਾਈਬ੍ਰੇਟਿੰਗ ਆਬਜੈਕਟ ਆ, ਤਾਂ ਹੀ ਜਿਹੜੀ ਉਹ ਸਾਊਂਡ ਪ੍ਰੋਡਿਊਸ ਕਰ ਰਹੀ ਆ, ਓਕੇ। ਜਾਂ ਤੁਸੀਂ ਬੋਲ ਸਕਦੇ ਆ ਹਰੇਕ ਵਾਈਬ੍ਰੇਟਿੰਗ ਆਬਜੈਕਟ ਜਿਹੜਾ ਉਹ ਸਾਊਂਡ ਨੂੰ ਪ੍ਰੋਡਿਊਸ ਕਰਦਾ ਹੈ। ਵੈਨ ਵਾਈਬ੍ਰੇਸ਼ਨਸ ਆਰ ਸਟੋਪ ਦਾ ਸਾਊਂਡਸ ਆਲਸੋ ਸਟੋਪਸ। ਜਦੋਂ ਵਾਈਬ੍ਰੇਸ਼ਨ ਸਟੋਪ ਹੋ ਜਾਂਦੀ ਹੈ ਤਾਂ ਸਾਊਂਡ ਜਿਹੜੀ ਆ ਉਹ ਵੀ ਸਟੋਪ ਹੋ ਜਾਂਦੀ ਹੈ। ਵੀ ਕੈਨ ਸੇ ਡੈਟ ਸਾਊਂਡ ਇਜ਼ ਪ੍ਰੋਡਿਊਸਡ ਬਾਈ ਵਾਈਬ੍ਰੇਸ਼ਨ ਮੇਡ ਬਾਈ ਵਾਈਬ੍ਰੇਟਿੰਗ ਆਬਜੈਕਟ, ਓਕੇ ਬੇਟਾ। ਸੋ ਨੈਕਸਟ ਇੱਕ ਐਕਟੀਵਿਟੀ ਆ, ਟੂ ਸ਼ੋ ਦਾ ਸੈਟ ਸਾਊਂਡ ਇਜ਼ ਪ੍ਰੋਡਿਊਸਡ ਬਾਈ ਵਾਈਬ੍ਰੇਟਿੰਗ ਆਬਜੈਕਟ। ਇਹਦੇ ਵਿੱਚ ਵੁਡਨ ਬੋਰਡ ਚਾਹੀਦਾ ਤੁਹਾਨੂੰ, ਆਇਰਨ ਨੇਲਸ ਚਾਹੀਦੇ ਆ, ਰਬਰ ਬੈਂਡ ਐਂਡ ਹੈਮਰ। ਫਿਕਸ 2 ਆਇਰਨ nails on the wooden board with the help of the hammer. Tie a rubber band between the 2 ends of the iron nails. Stretch the rubber band and I'll leave it. ਤੁਸੀਂ ਹੁਣ ਸਪੋਜ਼ ਕਰ ਲਓ, ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦੇ ਦਿੰਦਾ। ਆਹ ਬੋਰਡ ਆ, ਓਕੇ। ਆਹ ਆਇਰਨ ਨੇਲ ਆ, ਇੱਥੇ ਮੈਂ ਲਗਾ ਦਿੱਤਾ ਇਸ ਤਰ੍ਹਾਂ, ਤੇ ਆਹ ਆਇਰਨ ਨੇਲ ਆ, ਠੀਕ ਹੈ। ਹੁਣ ਇੱਕ ਤੁਸੀਂ ਰਬੜ ਲੈਂਦੇ ਹੋ, ਰਬੜ ਨੂੰ ਮੈਂ ਇਹਦੇ ਦੋਨਾਂ ਦੇ ਵਿੱਚ ਪਾ ਦਿੱਤਾ, ਇੱਦਾਂ ਟਾਈਮ,
ठीक है। हुण जदों मैं इहनूं पुल करूँगा खिच्चूँगा इधर नूं, तुसीं देखिआ होणा एक वाइब्रेशन जी प्रोड्यूस होंदी आ, उस वाइब्रेशन दे नाल की होਊਗਾ साउंड प्रोड्यूस होਊਗੀ। ठीक है। ये जिहड़ी एक्टिविटी तुसीं अपने घरे भी कर सकते हो, देख सकते हो। ठीक है। यू ऑब्जर्व डैट द रबर बैंड वाइब्रेट्स एंड प्रोड्यूस साउंड। रबर बैंड की करूँगा, वाइब्रेट करूँगा तो एक साउंड जी वो प्रोड्यूस होगी। ओके बेटा, नाउ स्टॉप द वाइब्रेशन ऑफ रबर बैंड, नाउ साउंड इज़ प्रोड्यूस्ड। ओके जी। हाँ देखो आ भी एग्जाम्पल ये सी एग्जाम्पल ये वाली। ओके, तुसीं देख सकते हो। सो साउंड इज़ प्रोड्यूस बाय वाइब्रेशन। सो इन्ना तुहानूं क्लीयर होगा, साउंड हमेशा उस जगह पर प्रोड्यूस होनी जिथे वाइब्रेशन प्रोड्यूस होंदी है। ट्यूनिंग फॉग तुसीं देखदे हो, ये ट्यूनिंग फॉग यू शेप का हुंदा है। ठीक है। सिंगल स्टील पीस हुंदा विद ए हैंडल। टू आर्म्स ऑफ द ट्यूनिंग फॉग आर कॉल्ड प्रॉन्ग्स एंड हैंडल इज़ कॉल्ड स्टैम। ਇਹਦੇ ਆ ਜਿਹੜੇ ਦੋ ਯੂ ਸ਼ੇਪ ਆ ਦੇਖੋ, ਇਹਨਾਂ ਦੋਨਾਂ ਨੂੰ ਅਸੀਂ ਪ੍ਰੋਂਗ ਬੋਲਦੇ ਹਾਂ, ਆਹ ਵਾਲੀ ਅਤੇ ਆਹ ਵਾਲੀ। ਇਹਨੂੰ ਅਸੀਂ ਕੀ ਬੋਲਦੇ ਹਾਂ? ਪ੍ਰੋਂਗ। ਔਰ ਆਹ ਵਾਲੀ ਹੈਗੀ ਇਹਦੀ ਸਟੈਮ। ਓਕੇ ਬੇਟਾ, ਸੋ ਇਟ ਇਜ਼ ਕਨਵੀਨੀਅੰਟ ਸੋਰਸ ਆਫ ਪ੍ਰੋਡਿਊਸਿੰਗ ਸਾਊਂਡ ਇਨ ਏ ਲੈਬੋਰਟਰੀ। ਓਕੇ, ਟੂ ਸ਼ੋ that a vibrating tuning fork produces sound, make two small holes in the table tennis ball, okay, and passes a thread through it. Spin the table tennis ball with a thread tied to the stand। ਆ ਦੇਖੋ ਇੱਕ ਸਟੈਂਡ ਲਿਆ ਹੋਇਆ, ਠੀਕ ਆ, ਉਹਦੇ ਨਾਲ ਇਹਨਾਂ ਨੇ ਬੋਲ ਨੂੰ ਅਟੈਚ ਕੀਤਾ ਹੋਇਆ। ਟੇਬਲ ਟੈਨਿਸ ਬੋਲ ਜਿਹੜੀ ਲਈ ਹੋਈ ਆ, ਇਹਦੇ ਨਾਲ ਆ ਬੋਲ ਜਿਹੜੀ ਆ ਫਿਕਸ ਕੀਤੀ ਹੋਈ ਆ। ਠੀਕ ਆ, ਆ ਆਇਰਨ ਸਟੈਂਡ ਆ, ਰਬਰ ਪੈਡ ਆ। ਹੁਣ ਇਸ ਟਿਊਨਿੰਗ ਫੋਕ ਨੂੰ ਤੁਸੀਂ, ਠੀਕ ਹੈ, ਇਹਦੇ ਨਾਲ ਹਿੱਟ ਕਰਨਾ ਆ। ਟਿਊਨਿੰਗ ਫੋਕ ਨੂੰ ਬੇਟਾ ਕਿਹਦੇ ਨਾਲ ਹਿੱਟ ਕਰਨਾ ਹੈ? ਬੋਲ ਦੇ ਵਿੱਚ ਹਿੱਟ ਕਰਨਾ ਹੈ। ठीक है। और स्ट्राइकिंग ए ट्यूनिंग फॉक हार्ड अगेंस्ट ए रबर पैड, दिस प्रोड्यूस साउंड। जो तुसीं इहनूं हिट करोगे, ठीक है, इसकी मूवमेंट तो होगी इस तरह नूं, बट एक साउंड भी प्रोड्यूस होगी। ब्रिंग वन ऑफ द प्रॉन्ग्स ऑफ द वाइब्रेटिंग ट्यूनिंग फॉक नियर द वॉल। ऑन टचिंग द प्रॉन्ग ऑफ द ट्यूनिंग फॉक द बॉल स्टार्ट वाइब्रेटिंग टू एंड फ्रो। ਜਿਹੜੀ वॉल आ वो की हो जानी है? वाइब्रेट स्टार्ट होनी शुरू कर देनी है। दिस शोज द ट्यूनिंग फॉग इज़ वाइब्रेटिंग दैट मेक्स द बॉल वाइब्रेट। वी से डैट द साउंड इज़ प्रोड्यूस बाय वाइब्रेटिंग। सो एक गल बेटा तुहानूं क्लीयर होगी, जदों भी साउंड प्रोड्यूस होनी है पहला वाइब्रेशन प्रोड्यूस होगी। किसी चीज़ नूं तुसीं हिट करदे आ, उहदी वाइब्रेशन प्रोड्यूस होगी, दैन साउंड प्रोड्यूस होंदी है। ओके बेटे, जिस चीज़ की वाइब्रेशन प्रोड्यूस हो रही है इट मीनस उहदी साउंड भी प्रोड्यूस होगी। हुण असीं नैक्सट अपने देखना है हाउ साउंड्स ट्रैवल। We have learned that a sound is produced by vibration of object. Vibrating object produce sound in the form of energy। ठीक है। The vibrating object transfer this energy to the air molecule close to it। ਹੁਣ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ, ਕਿਸੇ ਜਿੱਦਾਂ ਟਿਊਨਿੰਗ ਫੋਕ ਨੂੰ ਅਸੀਂ ਬੋਲ ਦੇ ਵਿੱਚ ਹਿੱਟ ਕੀਤਾ ਸੀਗਾ, ਇੱਕ ਵਾਈਬ੍ਰੇਸ਼ਨ ਪ੍ਰੋਡਿਊਸ ਹੋਈ ਜੀ। ਉਹ ਜਿਹੜੀ ਵਾਈਬ੍ਰੇਸ਼ਨ ਆ ਉਹ ਹਵਾ ਦੇ ਵਿੱਚ ਜਿਹੜੇ ਮੋਲੀਕੂਲਸ ਹੁੰਦੇ ਆ ਉਹਨਾਂ ਵਿੱਚ ਸਪਰੈਡ ਹੁੰਦੀ ਹੈ, ਟਰਾਂਸਫਰ ਹੁੰਦੀ ਹੈ। ਦੀਜ਼ ਏਅਰ ਮੋਲੀਕੂਲਸ ਆਲਸੋ ਸਟਾਰਟ। ਜਦੋਂ ਉਹ ਵਾਈਬ੍ਰੇਸ਼ਨ ਪ੍ਰੋਡਿਊਸ ਹੋਈ ਅਤੇ ਉਹ ਹਵਾ ਦੇ ਜਿਹੜੇ ਮੋਲੀਕੂਲਸ ਆ ਉਹ ਵੀ ਵਾਈਬ੍ਰੇਟ ਕਰਨੇ ਸ਼ੁਰੂ ਹੋ ਗਏ। ਓਕੇ ਬੇਟਾ, ਸੋ ਐਂਡ ਉਹ ਸੇਮ ਫ੍ਰੀਕੁਐਂਸੀ ਨਾਲ ਦਿਸ ਵਾਈਬ੍ਰੇਟਿੰਗ ਏਅਰ ਮੋਲੀਕੂਲਸ ਪਾਸਿਸ ਔਨ ਦੇਅਰ ਵਾਈਬ੍ਰੇਸ਼ਨ ਟੂ ਨੈਕਸਟ ਏਅਰ ਮੋਲੀਕੂਲ। ਹੁਣ ਸਪੋਜ਼ ਕਰ ਲਓ ਇਹਨੇ ਆ ਬੋਲ ਨੂੰ ਹਿੱਟ ਕੀਤਾ, ਇਹਦੇ ਵਿੱਚ ਬੋਲ ਦੇ ਵਿੱਚ ਹਿੱਟ ਕੀਤਾ ਟਿਊਨਿੰਗ ਫੋਕ ਨੂੰ, ਔਰ ਇਹਦੇ ਆਲੇ ਦੁਆਲੇ ਆ ਵਾਈਬ੍ਰੇਸ਼ਨ ਮੋਲੀਕੂਲਸ ਆ। ਹੁਣ ਜਦੋਂ ਇਸ ਬੋਲ ਨੂੰ ਇਹਦੇ ਵਿੱਚ ਇਸ ਪ੍ਰੋਂਗ ਨੂੰ, ਟਿਊਨਿੰਗ ਫੋਕ ਨੂੰ ਇਹਦੇ ਵਿੱਚ ਹਿੱਟ ਕੀਤਾ ਪ੍ਰੋਂਗਸ ਨੂੰ, ਅਤੇ ਵਾਈਬ੍ਰੇਸ਼ਨ ਹੋਈ ਅਤੇ ਆ ਮੋਲੀਕੂਲ ਜਿਹੜੇ ਇਹ ਵੀ ਵਾਈਬ੍ਰੇਟ ਕਰਨ ਲੱਗ ਪਏ। ਜਦੋਂ ਇਹ ਇੱਥੇ ਦੇ ਮੋਲੀਕੂਲ ਵਾਈਬ੍ਰੇਟ ਕੀਤੇ, ਜਿਹੜੇ ਇਸ ਤੋਂ ਅਗਲੇ ਆ ਉਹ ਵੀ ਇੱਕ ਦੂਜੇ ਦੇ ਟਕਰਾਉਣ ਲੱਗ ਪਏ, ਉਸ ਤੋਂ ਅਗਲੇ ਵੀ, ਮਤਲਬ ਟਕਰਾਉਂਦੇ ਸਾਰੇ ਮੋਲੀਕੂਲ ਜਿਹੜੇ ਉਹ ਕੀ ਕਰਨ ਲੱਗ ਪਏ? ਵਾਈਬ੍ਰੇਟ ਕਰਨ ਲੱਗ ਪਏ। ਓਕੇ ਬੇਟਾ, so these vibrating air molecules pass on their vibration to next air molecule. This process goes on. Ultimately all the air molecules around the sound producing object start vibrating back and forth. When the vibrating air molecule falls on the eardrum, we seal these the vibrations as sound। ਹੁਣ ਜਦੋਂ ਉਹ ਮੋਲੀਕੂਲ ਸਾਡੇ ਈਅਰ ਡਰਮ, ਜਿਹੜਾ ਸਾਡੇ ਕੰਨਾਂ ਦੇ ਵਿੱਚ ਈਅਰ ਡਰਮ ਹੁੰਦਾ, ਉਹਦੇ ਨਾਲ ਜਾ ਕੇ ਟਕਰਾਉਂਦੇ ਆ ਉਹ ਮੋਲੀਕੂਲਸ, ਠੀਕ ਹੈ, ਅਤੇ ਸਾਨੂੰ ਇੱਕ ਸਾਊਂਡ ਜਿਹੜੀ ਆ ਉਹ ਸੁਣਾਈ ਦਿੰਦੀ ਹੈ। ਓਕੇ ਬੇਟਾ, ਹੁਣ ਪਤਾ ਲੱਗਾ ਤੁਹਾਨੂੰ ਕਿੱਦਾਂ ਸਾਊਂਡ ਜਿਹੜੀ ਆ ਉਹ ਟਰੈਵਲ ਕਰਦੀ ਆ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਟੂ ਨੋ ਯੂ ਹਾਊ ਟੂ ਸਾਊਂਡ ਟਰੈਵਲ ਫਰੋਮ ਵਨ ਪਲੇਸ ਟੂ ਅਨਦਰ। ਸਾਊਂਡਸ ਨੀਡ ਏ ਮੀਡੀਅਮ ਟੂ ਟਰੈਵਲ। ਹੁਣ ਇੱਕ ਸਾਊਂਡ ਨੂੰ ਇੱਕ ਮੀਡੀਅਮ ਵੀ ਚਾਹੀਦਾ ਹੈ। ਸਬਸਟਾਂਸ ਔਰ ਮੈਟਰ,
ਜਿਹਦੇ ਵਿੱਚ ਸਾਊਂਡ ਟਰਾਂਸਮਿਟਡ ਹੁੰਦੀ ਆ, ਉਹਨੂੰ ਮੀਡੀਅਮ ਬੋਲਦੇ ਆ। ਮੀਡੀਅਮ ਜਿਹੜਾ ਉਹ ਸੋਲਿਡ ਵੀ ਹੋ ਸਕਦਾ, ਲਿਕੁਇਡ ਵੀ ਹੋ ਸਕਦਾ ਅਤੇ ਉਹ ਗੈਸ ਵੀ ਹੋ ਸਕਦਾ। ਜਦੋਂ ਯੂਅਰ ਸਕੂਲ ਬੈਲ ਰਿੰਗਸ ਦ ਵੈਲ ਵਾਈਬਰੇਟ ਐਂਡ ਪ੍ਰੋਡਿਊਸ ਸਾਊਂਡ। ਦਾ ਸਾਊਂਡ ਟਰੈਵਲਸ ਥਰੂ ਏਅਰ ਦੇ ਥਰੂ ਜਿਹੜੀ ਸਾਊਂਡ ਉਹ ਟਰੈਵਲ ਹੁੰਦੀ ਹੈ ਅਤੇ ਫਾਈਨਲੀ ਸਾਡੀ ਜਿਹੜੀ ਉਹ ਕੰਨਾਂ ਦੇ ਤੱਕ ਪਹੁੰਚਦੀ ਆ। ਠੀਕ ਹੈ ਨਾ, ਸਕੂਲ ਦੇ ਵਿੱਚ ਬੈਲ ਵੱਜਦੀ ਹੁੰਦੀ ਹੈ ਹਰੇਕ ਪੀਰੀਅਡ ਦੇ ਖਤਮ ਹੋਣ ਤੋਂ ਬਾਅਦ। ਠੀਕ ਹੈ, ਉਹ ਤੁਹਾਨੂੰ ਜਿਹੜੀ ਸਾਊਂਡ ਇੱਦਾਂ ਪਹੁੰਚਦੀ ਹੈ ਤੁਹਾਡੇ ਕੰਨਾਂ ਤੱਕ। ਸੋ ਦਾ ਸਾਊਂਡ ਮੂਵਸ ਥਰੂ a medium from its source to the listener। ਓਕੇ ਬੇਟਾ, ਸੋ ਆਹ ਕੁਝ ਇਹ ਐਕਟੀਵਿਟੀ ਤੁਸੀਂ ਕਰ ਲੈਣੀ ਖੁਦ। ਓਕੇ, ਸੋ ਐਕਟੀਵਿਟੀਜ਼ ਬੇਟਾ ਜਿਹੜੀਆਂ ਦਿੱਤੀਆਂ ਹੋਈਆਂ ਤੁਸੀਂ ਖੁਦ ਪੜ੍ਹਨੀਆਂ ਹੈ। ਹੁਣ ਮੈਂ ਤੁਹਾਨੂੰ ਸਮਝਾ ਦਿੱਤਾ ਹੈ। ਸੋ ਮੇਨ ਜਿਹੜਾ ਟੌਪਿਕ ਸੀਗਾ ਆਪਣਾ ਸਾਊਂਡ ਕਿਵੇਂ ਟਰੈਵਲ ਕਰਦੀ ਆ। ਠੀਕ ਹੈ, ਇਹ ਕੁਝ ਐਕਟੀਵਿਟੀਜ਼ ਆ ਜਿਹੜੀਆਂ ਇਹ ਤੁਸੀਂ ਖੁਦ ਕਰਨੀਆਂ। ਨੈਕਸਟ ਆ ਜਾਂਦਾ ਬੇਟਾ ਸਪੀਡ ਆਫ ਸਾਊਂਡ ਜਿਹੜੀ ਹੁੰਦੀ ਆ। ਸਪੀਡ ਆਫ ਸਾਊਂਡ ਟਰੈਵਲਸ ਵਿਦ ਡਿਫਰੈਂਟ ਸਪੀਡਸ ਇਨ ਡਿਫਰੈਂਟ ਮੀਡੀਆ। ਹੁਣ ਜਿਹੜੀ ਸਾਊਂਡ ਆ ਹਰੇਕ ਮੀਡੀਅਮ ਦੇ ਵਿੱਚ ਡਿਫਰੈਂਟ ਉਹਦੀ ਸਪੀਡ ਹੁੰਦੀ ਆ। ਸਪੀਡ ਵਿਦ ਵਿੱਚ ਸਾਊਂਡ ਵੇਵਸ ਟਰੈਵਲ ਡਿਪੈਂਡ ਅਪਨ ਦਾ ਨੇਚਰ ਐਂਡ ਡੈਂਸਿਟੀ ਆਫ ਮੀਡੀਅਮ। ਹੁਣ ਜਿਹੜੀ ਸਾਊਂਡ ਦੀ ਸਪੀਡ ਹੈ ਨਾ ਬੇਟਾ, ਸਪੀਡ ਜਿਹੜੀ ਹੁੰਦੀ ਸਾਊਂਡ ਦੀ ਉਹ ਹਰੇਕ ਮੀਡੀਅਮ 'ਚ ਡਿਫਰੈਂਟ ਕਰਦੀ ਆ। ਓਕੇ, ਹੁਣ ਤੁਸੀਂ ਕਿਸੇ ਖਾਲੀ ਕਮਰੇ ਦੇ ਵਿੱਚ, ਕਮਰਾ ਖਾਲੀ, ਉਹਨੂੰ ਕਿਸੇ ਨੂੰ ਆਵਾਜ਼ ਮਾਰਨੀ, ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਗੂੰਜਦੀ ਆ। ਉਹੀ ਤੁਸੀਂ ਕਿਤੇ ਪੋਲਿਊਸ਼ਨ ਵਾਲੇ ਏਰੀਏ 'ਚ ਜਿੱਥੇ ਨੋਇਜ਼ ਪੋਲਿਊਸ਼ਨ ਬਹੁਤ ਜ਼ਿਆਦਾ, ਉੱਥੇ ਤੁਸੀਂ ਆਵਾਜ਼ ਲਗਾਓਗੇ ਉਹ ਤੁਹਾਡੀ ਆਵਾਜ਼ ਗੂੰਜਣੀ ਨਹੀਂ ਜ਼ਿਆਦਾ। ਦੈਟ ਇਜ਼ ਦਾ ਡਿਫਰੈਂਸ। ਸੋ ਉਹ ਕਿਤੇ ਡਿਪੈਂਡ ਕਰਦਾ ਹੈ, ਉਹਦੀ ਡੈਂਸਿਟੀ 'ਤੇ ਡਿਪੈਂਡ ਕਰਦਾ ਮੀਡੀਅਮ। ਇਹ ਇੱਕ ਮੀਡੀਅਮ, ਇੱਕ ਖਾਲੀ ਕਮਰਾ, ਉਸ ਦੀ ਮੀਡੀਅਮ 'ਚ ਫਰਕ ਹੁੰਦਾ ਅਤੇ ਜਿੱਥੇ ਸਾਰੇ ਬੱਚੇ ਬੈਠੇ ਹੋਣ ਉਸ ਮੀਡੀਅਮ 'ਚ ਡੈਂਸਿਟੀ ਦੇ ਉਹਦੇ ਵਿੱਚ ਫਰਕ ਹੁੰਦਾ ਹੈ। ਠੀਕ ਹੈ, ਸਪੀਡ ਆਫ ਸਾਊਂਡ ਚੇਂਜਿਸ ਵਿਦ ਐਟਮੋਸਫੀਅਰਿਕ ਕੰਡੀਸ਼ਨ ਲਾਈਕ ਟੈਂਪਰੇਚਰ, ਐਟਮੋਸਫੀਅਰ, ਹਿਊਮਿਡਿਟੀ। Therefore we use word approximately with the speed of sound। Speed of sound in different media is given in table। ਹੁਣ ਜਿੱਦਾਂ ਗੈਸਿਸ ਜਿਹਦੇ ਵਿੱਚ ਕਾਰਬਨ ਡਾਈਆਕਸਾਈਡ ਜਿਹੜੀ ਆ, ਜੇ ਗੈਸ ਹੋਵੇ ਉਹਦੇ ਵਿੱਚ ਸਾਊਂਡ ਦੀ ਸਪੀਡ ਕਿੰਨੀ 260 ਮੀਟਰ ਪਰ ਸੈਕਿੰਡ। ਏਅਰ ਦੇ ਵਿੱਚ 340। ਹਾਈਡਰੋਜਨ ਗੈਸ ਹੋਵੇ ਫਿਰ ਸਾਊਂਡ ਦੀ ਸਪੀਡ ਹੁੰਦੀ 1284। ਠੀਕ ਹੈ, ਸੋ ਲਿਕੁਇਡਸ ਦੇ ਵਿੱਚ ਅਲਕੋਹਲ ਦੇ ਵਿੱਚ 1210। ਸੋ ਇਹ ਅਲੱਗ ਅਲੱਗ ਜਿਹੜਾ ਮੀਡੀਅਮ ਆ ਅਤੇ ਸਪੀਡ ਆਫ ਸਾਊਂਡ ਵੀ ਅਲੱਗ ਆ। ਠੀਕ ਹੈ, ਔਰ ਤੁਸੀਂ ਹਾਈਐਸਟ ਯਾਦ ਰੱਖਣੀ ਕਿਹਦੇ ਵਿੱਚ ਹੁੰਦੀ ਆ, ਸਟੀਲ ਦੇ ਵਿੱਚ। ਸਟੀਲ ਤੁਸੀਂ ਘਰਾਂ ਦੇ ਵਿੱਚ ਵੀ ਯੂਜ਼ ਕਰਦੇ ਆ। ਠੀਕ ਹੈ, ਸਟੀਲ ਦੇ ਭਾਂਡੇ ਹੋ ਗਏ। ਠੀਕ ਹੈ, ਸਟੀਲ ਦੀ ਉਹ ਜਿਹੜੀ ਜਿਹੜੇ ਸਟੇਅਰਸ ਹੁੰਦੀਆਂ ਆਪਾਂ ਉਹਦਾ ਜੰਗਲਾ ਵਗੈਰਾ ਲਗਾਉਂਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਵਾਟਰ ਦੇ ਵਿੱਚ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਸੀ ਵਾਟਰ ਦੀ ਪਤਾ ਹੋਣੀ ਚਾਹੀਦੀ ਹੈ। ਠੀਕ ਹੈ, ਇੱਕ ਗੈਸ ਦੀ ਗੱਲ ਹੈ ਉਹ ਕਾਰਬਨ ਡਾਈਆਕਸਾਈਡ ਦੀ। ਓਕੇ ਬੇਟਾ, ਸੋ ਸਾਊਂਡ ਜਿਹੜੀ ਟਰੈਵਲ ਕਰਦੀ ਆ, ਫਾਸਟੈਸਟ ਸਾਊਂਡ ਜਿਹੜੀ ਆ ਟਰੈਵਲ ਕਰਦੀ ਆ ਇਨ ਸੋਲਿਡਸ। ਫਾਰ ਐਗਜ਼ਾਮਪਲ ਇਨ ਸਪੀਡ, ਇਹ ਤੁਸੀਂ ਯਾਦ ਰੱਖਣਾ। ਅਤੇ ਸਲੋਐਸਟ ਗੈਸ ਦੇ ਵਿੱਚ ਕਰਦੀ ਆ। ਠੀਕ ਆ, ਏਅਰ ਦੇ ਵਿੱਚ ਤੁਹਾਨੂੰ ਪਤਾ ਕਿਉਂਕਿ ਏਅਰ ਸਾਡੀ ਨੈਚੁਰਲ ਚੀਜ਼ ਹੈ ਇੱਕ, ਤੁਸੀਂ ਅਸੀਂ ਆਲੇ ਦੁਆਲੇ ਘੁੰਮਦੇ ਆ, ਤੁਹਾਨੂੰ ਇਹ ਚੀਜ਼ ਪਤਾ ਹੋਣਾ। ਓਕੇ ਜੀ, ਸੋ ਨੈਕਸਟ ਆ ਜਾਂਦਾ ਬੇਟਾ ਟਰਮਸ ਰਿਲੇਟਡ ਟੂ ਸਾਊਂਡ। ਸਾਊਂਡ ਇਜ਼ ਪ੍ਰੋਡਿਊਸਡ ਬਾਏ ਕੁਛ MCQs ਆ। ਸਾਊਂਡ ਇਜ਼ ਪ੍ਰੋਡਿਊਸਡ ਬਾਏ ਡੈਸ਼ ਆਬਜੈਕਟ। ਕਿਹੜੇ ਆਬਜੈਕਟ ਨੂੰ ਸਾਊਂਡ ਵਾਈਬਰੇਟਿੰਗ ਆਬਜੈਕਟ। ਇਨ ਵਿਚ ਮੀਡੀਅਮ ਡਜ਼ ਸਾਊਂਡ ਟਰੈਵਲ ਫਾਸਟਰ। ਕਿਹਦੇ ਵਿੱਚ ਜ਼ਿਆਦਾ ਮੂਵ ਕਰਦੀ ਆ, ਫਾਸਟਰ ਟਰੈਵਲ ਕਰਦੀ ਆ। ਠੀਕ ਹੈ, ਇਹ ਤੁਸੀਂ ਖੁਦ ਕਰਦੇ ਹੋ। ਸੋਲਿਡਸ ਦੇ ਵਿੱਚ ਕਰਦੀ ਆ, ਲਿਕੁਇਡਸ ਦੇ ਵਿੱਚ ਕਰਦੀ ਆ, ਜਾਂ ਫਿਰ ਕਿਹਦੇ ਵਿੱਚ ਕਰਦੀ ਆ। ਓਕੇ ਬੇਟਾ, ਸੋ ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਦੱਸਣਾ ਏਅਰ ਦੇ ਵਿੱਚੋਂ ਕਰਦੀ, ਵੁੱਡ ਦੇ ਵਿੱਚੋਂ ਕਰਦੀ, ਜਾਂ ਵਾਟਰ ਦੇ ਵਿੱਚ ਕਰਦੀ। ਏਅਰ ਦੇ ਵਿੱਚ 340 ਸੀਗੀ। ਠੀਕ ਹੈ, ਵਾਟਰ ਦੇ ਵਿੱਚ ਬੇਟਾ 1498 ਸੀਗੀ। ਵੁੱਡ ਦੇ ਵਿੱਚ ਹੁਣ ਦੇਖਣਾ ਤੁਸੀਂ ਕਿੰਨੀ ਆਉਂਦੀ ਹੈ, ਔਰ ਵੈਕਿਊਮ ਦੇ ਵਿੱਚ, ਔਰ ਸਭ ਤੋਂ ਜ਼ਿਆਦਾ ਆਈ ਥਿੰਕ ਵਾਟਰ ਦੇ ਵਿੱਚ ਕਰਦੀ ਹੈ, ਲਿਕੁਇਡ। ਸੋ ਟਰਮਸ ਰਿਲੇਟਡ ਟੂ ਸਾਊਂਡ ਵੇਵਸ। ਸਾਊਂਡ ਟਰੈਵਲਸ ਇਨ ਦ ਫਾਰਮ ਆਫ ਵੇਵਸ। ਵੇਵਸ ਕਿੱਦਾਂ ਹੁੰਦੀਆਂ, ਇਸ ਤਰ੍ਹਾਂ ਵੇਵਸ। ਠੀਕ ਹੈ, you will study in detail the sound in the form of waves in higher classes। Waves are characterized by three basic quantity: frequency, amplitude and time period। Let us take the example of periodic vibration of a simple pendulum to explain the terms amplitude, frequency and time period। Although a simple pendulum does not produce sound waves that you can hear, this will help you understand the basic terms। Simple pendulum ਕੀ ਹੁੰਦਾ, ਸਿੰਪਲ pendulum ਇਹਦੇ ਵਿੱਚ small metal ball ਹੁੰਦੀ ਆ। ਉਹਨਾਂ ਨੇ ਐਗਜ਼ਾਮਪਲ ਦੇ ਤੌਰ 'ਤੇ ਲਿਆ ਆ ਦੇਖੋ, ਇਹਨੂੰ ਮੈਂ ਇੱਦਾਂ ਆਹ ਬੋਲ ਇਹਦੇ ਨਾਲ ਟਾਈ ਕੀਤਾ ਹੋਇਆ। ਠੀਕ ਹੈ, ਔਰ ਇੱਕ ਥਰੈਡ ਨਾਲ ਬੋਲ ਨੂੰ ਬੰਨਿਆ ਹੋਇਆ, ਆਹ ਥਰੈਡ ਆ। ਓਕੇ, ਸੋ ਹੁਣ ਇਹ ਜਿਹੜਾ ਵੋਬ ਆ ਇਹਨੂੰ ਅਸੀਂ ਬੋਬ ਬੋਲ ਰਹੇ ਹਾਂ।
ठीक है। ये मूव फ्रीली मूव करूँगा, फ्री टू स्विंग इधर भी मैनू इधर नूं, ठीक है। हुण देखो आ इहदी मेन पोजीशन है बेटा, आ वाली ਇਹਨੂੰ ਅਸੀਂ ਮੇਨ पोजीशन बनांगे, ठीक है। ये जिहड़ी ए मान लो ਇਹਨੂੰ बी मान लो, आ सी मान लो, जिदा ਇਹਦੇ ਵਿੱਚ ਆ डायग्राम ਦੇ ਵਿੱਚ ਦਿੱਤਾ ਹੋਇਆ। ओके बेटा ਹੁਣ देखो द मोशन ऑफ द बॉब ऑफ ए पेंडुलम फ्रॉम वन एक्सट्रीम पोजीशन टू अदर एक्सट्रीम पोजीशन एंड बैक इज कॉल्ड वन ऑसिलेशन ऑफ। एक ऑसिलेट कदों करता है, ऑसिलेशन कदों बोलते हैं जो इस वन ऑसिलेशन की होंगी है जो इस बॉब ने एक एक्सट्रीम पोजीशन जाना, दैन उस तो बाद फिर दूजे एक्सट्रीम पोजीशन जाना, दैन वापस आना, दैट इज़ कॉल्ड वन ऑसिलेशन। ओके ये तुहानूं पता होना चाहिए। सो फॉर एग्जाम्पल द मोशन ऑफ पेंडुलम वॉक फ्रॉम द वन एक्सट्रीम पोजीशन बी टू अनदर एक्सट्रीम पोजीशन सी एंड बैक टू बी इज द वन ऑसिलेशन। ओके बेटा सी तो गया, सी तो फिर वापस बी आ गया, दैट इज़ कॉल्ड वन ऑसिलेशन। ओके अगे आ जाता बेटा एम्पलीट्यूड ऑफ पेंडुलम। एम्पलीट्यूड की होंदा है एज द पेंडुलम ऑसिलेट्स टू एंड फ्रो द मैक्सिमम डिसप्लेसमेंट ऑफ वॉक फ्रॉम इट्स मेन पोजीशन ऑन आइदर साइड इज एम्पलीट्यूड ऑफ पेंडुलम। जिहदे विच डिसप्लेसमेंट होंदी ए बी और ए सी इस कॉल्ड एम्पलीट्यूड। जिहदे विच आ देखो ए बी, ए तो बीम नूं मूव कर रहा या ए तो सी नूं मूव कर रहा, ठीक है, दैट इज़ कॉल्ड एम्पलीट्यूड ऑफ पेंडुलम। ओके बेटा और इट इज़ डिनोटेड बाय ए एंड इट इज़ measured in meters. When an object oscillates in the air, the amplitude of the oscillation gradually decreases due to resistance of air. Good morning ma'am. So time period of the pendulum की होंदा बेटा, time taken by bob of a pendulum to complete one oscillation is called the time period of the pendulum. ਇਹਦੇ ਵਿੱਚ ਦੇਖੋ ਹੁਣ ਸਾਹਮਣੇ द time taken by bob of pendulum from one complete oscillation, ਜਿਹਦੇ ਵਿੱਚ ਆਪਾਂ ਨੇ ਪੋਜੀਸ਼ਨ ਲੈਣੀ B to C and back to B, B to C गए, B तो C वाल मूव किया पेंडुलम, दैन C तो फिर वापस B नूं मूव आया, पिछे नूं आया। ओके बेटा इसनूं असीं की बोलते हैं, ये असीं बोलते हैं टाइम पीरियड ऑफ द पेंडुलम। ओके बेटा नैक्सट आइंदी फ्रीकुएंसी, नंबर ऑफ कंप्लीट ऑसिलेशंस मेड बाय सिंपल पेंडुलम इन 1 सेकंड इज़ कॉल्ड इट्स फ्रीकुएंसी। ठीक है एक कंप्लीट ऑसिलेशन जिहड़ी हुंदी आ एक सिंपल पेंडुलम 1 सैकेंड दे विच किन्ने ओह ऑसिलेशन करता है। ठीक है SI यूनिट ऑफ फ्रीकुएंसी की होंदी हर्ट्ज होंदी है। ठीक है इन द ऑनर ऑफ जर्मन फिजिसिस्ट हेनरिच आर हर्ट्ज इट इज डिनोटेड बाय N और F। द फ्रीक्वेंसी ऑफ 1 हर्ट्ज इज 1 ऑसिलेशन पर सेकेंड। व्हेन अ सिंपल पेंडुलम मेक्स 4 ऑसिलेशन इन 1 सेकेंड, when simple pendulum makes 4 oscillation in 1 second that is then its frequency is 4। जो एक सिंपल पेंडुलम 4 बारी ऑसिलेट करता है बेटा, ठीक है इन्हें 4 बारी ऑसिलेशन करना है 1 2 3 4 1 मिनट दे विच फुल, दैन इट इज़ कॉल्ड द वो 4 ऑसिलेट फ्रीकुएंसी है। ओके बेटा करैक्टरिस्टिक्स ऑफ साउंड की होंगे आ, साउंड की करैक्टरिस्टिक्स बेटा है जिदा कि द करैक्टरिस्टिक्स ऑफ साउंड्स आर पिच लाउडनेस एंड क्वालिटी। ठीक है ਜਾਂ हाई पिच कई ਦੀ पिच बहुत हाई होंगी जिदा गर्ल्स की पिच हाई होंगी बॉयज़ की लो होंगी, लाउडनेस कितनी ज़्यादा सानू सुनाई, क्वालिटी साउंड की किदां दी होंदी है करैक्टरिस्टिक्स आ इन्हां दी। ठीक है 2 ऑफ द मेन करैक्टरिस्टिक्स ऑफ साउंड आ पिच ते लाउडनेस, 2 जिहड़ियां मेन आ करैक्टरिस्टिक्स हो किहड़ियां पिच ते साउंड विच इन टर्न आर डिटरमाइंड बाय द फ्रीकुएंसी एंड एम्पलीट्यूड ऑफ वेव। हुण फस्ट नंबर ते हैगी पिच। पिच की है बेटा पिच इज़ द करैक्टरिस्टिक्स ऑफ द साउंड बाय विच यू कैन डिस्टिंग्विश श्रिल साउंड फ्रॉम ए ग्रेव साउंड इवन थ्रू 2 साउंड्स हैव द सेम लाउडनेस। हुण सपोज पिच इज़ द सब्जेक्टिव मेजरमेंट, पिच ऑफ ए साउंड डिपेंड्स ऑन द फ्रीकुएंसी ऑफ द वाइब्रेशन। द पिच ऑफ द साउंड प्रोड्यूस्ड बाय ऑब्जेक्ट वाइब्रेटिंग बाय लो फ्रीकुएंसी इज़ लो एंड द साउंड इज़ कॉल्ड द ग्रेव साउंड। हुण जिस साउंड की फ्रीकुएंसी लो होंदी है बेटा, ठीक है उस साउंड नूं असीं की बोलते हैं ग्रेव साउंड। ओके बेटा और जिस पिच ऑफ द साउंड प्रोड्यूस बाय ऑब्जेक्ट वाइब्रेशन हाई, जिहदी फ्रीकुएंसी हाई होंदी है, ठीक है उसनूं असीं बोलते हैं श्रिल साउंड, उसनूं असीं की बोलते हैं बेटा श्रिल साउंड बोलते हैं। ओके बेटा सो
नैक्सट आ जाता अगे, दस द हायर द फ्रीकुएंसी ऑफ साउंड द हायर विल इट्स पिच एंड वाइस वर्सा। जिन्नी ज़्यादा फ्रीकुएंसी होगी उन्नी ज़्यादा वो पिच भी हाई होता। वॉइस ऑफ द चिल्ड्रनस एग्जाम्पल के तौर पर दसिया ने, कहता वॉइस ऑफ चिल्ड्रन एंड वोमैन इज श्रिल एज़ कंपेयर टू वॉइस ऑफ मैन। ठीक है, उन्होंने पिच जी हाई होंगी आ। ओके, श्रिल साउंड होंगी ना, श्रिल का मतलब है जो फ्रीकुएंसी हाई है। सो वॉइस ऑफ द चिल्ड्रन एंड वोमैन इज श्रिल एज़ कंपेयर टू वॉइस ऑफ मैन। दिस इज़ बिकॉज चिल्ड्रन एंड वोमैन आर शॉर्ट वोकल कॉर्ड्स। ठीक है, उन्होंने जो वोकल कॉर्ड होंगे शॉर्ट होंगे, इस करके जो वोकल कॉर्ड वाइब्रेट करता है हाई फ्रीकुएंसी ने करता है तो हाई पिच जी आ वॉइस जी प्रोड्यूस होंगी है। वैन मैन जोड़े होंगे बंदियां का जो वोकल कॉर्ड वो लार्ज होंगे है। ठीक है, वो वाइब्रेट करते हैं लो फ्रीकुएंसी ना। ठीक है, इस करके वो लो पिच साउंड जी प्रोड्यूस करते हैं। सैकेंड वन इज़ द विंग ऑफ द विंग्स ऑफ द बी एंड मस्कीटो वाइब्रेट विद हाई फ्रीकुएंसी। ठीक है, ਹੁਣ एक हनी बी हो गई जिदा बेटा, एक मस्कीटो हो गया, ਉਹਦੇ ਜਿਹੜੇ ਵਿੰਗਸ ਹੁੰਦੇ ਆ ਉਹ ਬਹੁਤ ਜ਼ਿਆਦਾ ਵਾਈਬਰੇਟ ਹਾਈ ਸਾਊਂਡ ਫ੍ਰੀਕੁਐਂਸੀ ਨਾਲ ਵਾਈਬਰੇਟ ਕਰਦੇ ਆ। ਸੋ ਉਹ ਜਿਹੜੀ ਆ ਸਾਊਂਡ ਜਿਹੜੀ ਪ੍ਰੋਡਿਊਸ ਕਰਦੇ ਉਹਨੂੰ ਸ਼੍ਰਿਲ ਸਾਊਂਡ ਕਹਿੰਦੇ ਆ, ਹਾਈ ਪਿਚਡ ਕਹਿੰਦੇ ਆ। ਫਿਰ ਦ ਸਕਿਨ ਆਫ ਤਬਲਾ, ਸਟ੍ਰਿੰਗਸ ਆਫ ਗਿਟਾਰ ਉਹ ਬਹੁਤ ਟਾਈਟ ਹੁੰਦੇ ਆ, ਦੇ ਗਿਵ ਸਾਊਂਡ ਆਫ ਹਾਇਰ ਪਿਚ। ਠੀਕ ਹੈ, ਸੋ ਵੈਨ ਦੇ ਆਰ ਲੂਜ਼। ਸੋ ਇਨ ਅ ਫਲੂਟ, ਇੱਕ ਫਲੂਟ ਹੁੰਦੀ ਸਾਊਂਡ ਇਜ਼ ਪ੍ਰੋਡਿਊਸ ਬਾਈ ਵਾਈਬਰੇਟਿੰਗ ਕੋਲਮ ਆਫ ਏਅਰ। फ्रीकुएंसी ऑफ वाइब्रेशन इज चेंज बाय क्लोजिंग द होल्स ऑफ फ्लूट दैन चेंजेस लेंथ ऑफ द कॉलम ऑफ एयर। ठीक है, मोर होल्स ऑफ वाइब्रेट फ्लूट आर क्लोज साउंड ऑफ पर्टिकुलर फ्रीकुएंसी ऑफ लो पिच इज प्रोड्यूस। जिन्नी ज़्यादा तुसीं देखिया होना एक बांसुरी होंदी जिहड़ी उहदे विच होल्स होंदे, जिन्नी ज़्यादा आपां उहदे होल्स नूं क्लोज कर दिंदे दैन असीं एक लो पिच साउंड प्रोड्यूस करदी है। ठीक है, सो नैक्सट आ जांदा अगे बेटा एक एक्टिविटी आ, एक बंदा उन्होंने कॉलीज जिदा उन्होंने जल तरंग बोलते हैं असी, वो कॉलियाँ रखिया हुई उन्हें वो उपर डंडिया के नाल जी उन्होंने हिट कर रहा तो एक बहुत वधिया साउंड जी प्रोड्यूस होती है ड्रम स्टिक्स नाल, या पेंसिल लै सकते इनू साउंड प्रोड्यूस करने। ठीक है, दूजे नंबर आता लाउडनैस बेटा, पिच हो गई क्लीयर तुहानू। लाउडनैस जी है इट इज़ अ कॉमन एक्सपीरियंस है वैन यू शाउट यू प्रोड्यूस अ लाउडर साउंड। जो तुसी शाउट करते हैं एक तुहाडी लाउडर साउंड प्रोड्यूस होती है। सिमिलरली वैन यू विस्पर, जो तुम हौली हौली बोलते हैं, सपोज कर लो क्लास के टीचर है बहुत स्लो बोलते हैं उन्होंने असीं फीबल साउंड बोलते हैं। द लाउडनैस इज़ कैरेक्टरिस्टिक ऑफ साउंड विच लाउड साउंड कैन बी डिस्टिंग्विश फ्रॉम फेंट साउंड। जिहदे लाउड साउंड जी ओह एक डिस्टिंग्विश होंगी फेंट साउंड मतलब बोथ हैव द सेम पिच। इट इज मेजर्ड एक्यूरेट एम्पलीट्यूड वाइब्रेशन ऑफ सेम। इट हैज़ बीन फाउंड दैट लाउडनैस ऑफ साउंड इज़ डायरैक्टली प्रोपोर्शनल टू स्केयर एम्पलीट्यूड ऑफ वाइब्रेशन। ठीक है, एक साउंड की जी लाउडनैस आ किते डिपेंड करूगी, एम्पलीट्यूड ते वाइब्रेशन पर डिपेंड करती कितना वाइब्रेट कर रहा। एग्जाम्पल इफ द एम्पलीट्यूड बिकम्स ट्वाइस, जो एम्पलीट्यूड जी ट्वाइस हो जाती है सो लाउडनैस इनक्रीज कर दी है 4 टाइम्स। ओके बेटा, ओके जी। सो नैक्सट आंदा अगे बेटा, वैन यू स्ट्राइक ए ड्रम सॉफ्टली इट्स स्किन वाइब्रेट्स विद अ स्मॉलर एम्पलीट्यूड। हम जो तुम हौली हौली ड्रम में बीट कर रहे हैं वो जी स्किन वो जी एम्पलीट्यूड जी बहुत घट होगी तो सॉफ्ट साउंड जी प्रोड्यूस होगी। ओके, और जो ड्रम में तुम बहुत जोर की ड्रम बीट कर रहे हैं वो वाइब्रेट ज़्यादा होगा तो वो साउंड जी लाउडर प्रोड्यूस होगी। ओके बेटा, सो देयर आर द अदर फैक्टर्स आल्सो दैट अफेक्ट द लाउडनेस ऑफ साउंड like surface area of vibrating object, distance from the vibrating object, density of the medium. You studied in detail in higher classes. Loudness of the sound is measured in unit called decibel. ये तुहानू 1 मार्क्स का क्वेश्चन है बेटा, ये तुहानू पता होना चाहिए 1 मार्क्स के क्वेश्चन तुहाडे बनते हैं जिहड़े टिल ना होण। एक ये हो गया बेटा, ठीक है, एक तो पिछे टेबल सीगा आ वाला, आ टेबल है बेटा, ये भी इंपॉर्टेंट है, ये कोई भी 1 मार्क्स का क्वेश्चन बन सकता, आ भी इंपॉर्टेंट है तुहाडे। ठीक है, उस तो बाद बेटा होर जो भी चीज़ मीनस दसी हुई है जिन्हें 1 मार्क्स की वो कोई भी तुहानू आ सकती है। ओके जी, सो नैक्सट आ जाता अगे बेटा,
ਲਾਊਡਨੈਸ ਆਫ ਸਾਊਂਡ ਇਜ਼ ਮੈਜਰਡ ਇਨ ਯੂਨਿਟ। ਹੁਣ ਇੱਕ ਸਾਊਂਡ ਦੀ ਜਿਹੜੀ ਲਾਊਡਨੈਸ ਆ ਉਹ ਕਿੱਦਾਂ ਕਿਹਦੇ ਵਿੱਚ ਉਹ ਮੈਜਰਡ ਕੀਤੀ ਜਾਂਦੀ, ਉਹ ਯੂਨਿਟ ਕੀ ਆ, ਡੈਸੀਬਲ ਹੈ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਠੀਕ ਹੈ, ਦੱਸ ਚੁੱਕਾ ਮੈਂ। ਔਰ ਸੋਰਸਿਸ ਆਫ ਸਾਊਂਡ, ਜਿੱਦਾਂ ਹੁਣ ਦੇਖੋ ਕਹਿੰਦਾ ਰਸਲਿੰਗ ਆਫ ਲੀਵਸ, ਜਦੋਂ ਹੁਣ ਹਨੇਰੀ ਆਉਂਦੀ ਆ, ਪੱਤੇ ਚੱਲਦੇ ਆ, ਠੀਕ ਆ, ਹਵਾ ਦੇ ਨਾਲ, ਉਹਨਾਂ ਲਾਊਡਨੈਸ ਲੈਵਲ ਕਿੰਨਾ ਹੁੰਦਾ, ਡੈਸੀਬਲ 'ਚ ਉਹਨੇ ਦੱਸਿਆ 10 ਹੁੰਦਾ। ਵੈਰੀ ਫੇਂਟ ਹੁੰਦੀ ਲਾਊਡ, ਜਦੋਂ ਵਿਸਪਰ ਕਰਦੇ ਹੋ ਉਹਦਾ 20 ਹੁੰਦਾ, ਵੈਰੀ ਫੇਂਟ। ਨੋਰਮਲ ਕੰਜ਼ਰਵੇਸ਼ਨ ਤੁਸੀਂ ਕਰ ਰਹੇ ਹੋ ਉਹਦਾ 40 ਤੋਂ 60 ਹੁੰਦਾ। ਲਾਊਡ ਮਿਊਜ਼ਿਕ ਸੁਣ ਰਹੇ ਹੋ ਉਹਦਾ 90 ਹੁੰਦਾ। ਟਰੈਫਿਕ ਹੈਵੀ ਹੁੰਦੀ ਹੈ 90। ਨੋਮੈਟਿਕ ਡਰਿਲ ਹੁੰਦਾ, ਕਿਸੇ ਚੀਜ਼ ਨੂੰ ਡਰਿਲ ਕਰ ਰਹੇ ਹੋ ਤੁਸੀਂ, 100 ਹੁੰਦਾ। ਏਅਰਕ੍ਰਾਫਟ ਇੰਜਨ 140, ਰੋਕਟ ਦਾ 200। ਸੋ ਇਹ ਡੇਂਜਰਸਲੀ ਮੰਨਿਆ ਜਾਂਦਾ ਸਭ ਤੋਂ ਜ਼ਿਆਦਾ। ਕੁਆਲਿਟੀ ਜਿਹੜੀ ਹੁੰਦੀ ਆ, ਥਰਡ ਕਰੈਕਟਰਿਸਟਿਕਸ ਆ ਜਾਂਦੀ ਹੈ, ਇਟ ਇਜ਼ ਦ ਕਰੈਕਟਰਿਸਟਿਕਸ ਆਫ ਸਾਊਂਡ that enable us to distinguish between two sounds of the same pitch and loudness produced by two different sources. It depends upon the waveform of the sound. Example, you can recognize your family members by the voice without seeing them because each of them has a voice of different quality. ਹੁਣ ਸਪੋਜ਼ ਕਰ ਲਓ ਤੁਹਾਡੀ ਇੱਕ ਫੈਮਿਲੀ ਮੈਂਬਰਸ ਆ ਜਿਹੜੇ, ਤੁਸੀਂ ਇੱਕ ਦੂਜੇ ਨੂੰ ਚਾਹੇ ਉਹਨੂੰ ਨਹੀਂ ਵੀ ਦੇਖਦੇ, ਤੁਹਾਨੂੰ ਆਵਾਜ਼ ਲਗਾ ਰਿਹਾ, ਤੁਹਾਨੂੰ ਪਤਾ ਲੱਗ ਜਾਣਾ ਕਿ ਇਹ ਬੰਦਾ ਕੌਣ ਆ, ਕਿਉਂਕਿ ਅਸੀਂ ਉਹਦੀ ਆਵਾਜ਼ ਨੂੰ ਈਜ਼ੀਲੀ ਰਿਕੋਗਨਾਈਜ਼ ਕਰ ਸਕਦੇ ਹਾਂ। ਠੀਕ ਹੈ, ਯੂ ਕੈਨ ਰਿਕੋਗਨਾਈਜ਼ ਯੋਰ ਫੈਮਿਲੀ ਮੈਂਬਰਸ ਬਾਈ ਵੋਇਸ ਵਿਦਾਊਟ ਸੀਇੰਗ ਦੈਮ ਬਿਕੋਜ਼ ਆਫ ਈਚ ਹੈਜ਼ ਵੋਇਸ ਆਫ ਡਿਫਰੈਂਟ ਕੁਆਲਿਟੀ, ਕਿਉਂਕਿ ਸਾਰਿਆਂ ਦੀ ਜਿਹੜੀ ਵੋਇਸ ਦੀ ਕੁਆਲਿਟੀ ਉਹ ਡਿਫਰੈਂਟ ਹੁੰਦੀ ਹੈ। ਕੁਆਲਿਟੀ ਆਫ ਸਾਊਂਡ ਇਜ਼ ਕਾਲਡ ਟੋਨ। ਸਮ ਵਾਈਬਰੇਟਿੰਗ ਆਬਜੈਕਟਸ ਪ੍ਰੋਡਿਊਸ ਸਾਊਂਡ ਆਫ ਅ ਸਿੰਗਲ ਫ੍ਰੀਕੁਐਂਸੀ, ਫॉर एग्जांपल ट्यूनिंग फॉग ਜਿਹੜੀ ਆ, ਸਮ ਵਾਈਬਰੇਟਿੰਗ ਡੂ ਨਾਟ ਪ੍ਰੋਡਿਊਸ ਦ ਸਾਊਂਡ ਆਫ ਸਿੰਗਲ ਫ੍ਰੀਕੁਐਂਸੀ। ਕੁਝ ਜਿਹੜੇ ਸਿੰਗਲ ਫ੍ਰੀਕੁਐਂਸੀ ਦੀ ਸਾਊਂਡ ਪ੍ਰੋਡਿਊਸ ਕਰਦੇ ਆ, ਕੁਝ ਨਹੀਂ ਕਰਦੇ। ਠੀਕ ਹੈ, ਹੁਣ ਜਿੱਦਾਂ ਗਿਟਾਰ ਹੋ ਗਿਆ, ਸਿਤਾਰ ਹੋ ਗਿਆ, ਇਹ ਹੋਰ ਵੀ ਬਹੁਤ ਤਰ੍ਹਾਂ ਦੀ ਸਾਊਂਡਸ ਜਿਹੜੀ ਪ੍ਰੋਡਿਊਸ ਕਰ ਸਕਦੇ ਆ। ਦੇ ਪ੍ਰੋਡਿਊਸ ਦ ਸਾਊਂਡ ਆਫ ਸਿੰਗਲ ਫ੍ਰੀਕੁਐਂਸੀ ਕਾਲਡ ਅ ਬੇਸਿਕ ਆਫ ਫੰਡਾਮੈਂਟਲ ਫ੍ਰੀਕੁਐਂਸੀਜ਼। ਅਲੋਂਗ ਵਿਦ ਦੇ ਪ੍ਰੋਡਿਊਸ ਅ ਮਿਕਸਚਰ ਆਫ ਸਾਊਂਡਸ ਆਫ ਅਦਰ ਫ੍ਰੀਕੁਐਂਸੀ, ਇਹਨਾਂ ਨੂੰ ਹਾਰਮੋਨਿਕਸ ਬੋਲਦੇ ਆ। ਠੀਕ ਹੈ, ਸੋ ਮੀਨਸ ਜੇ ਤੋਂ ਅਸੀਂ ਡਿਫਰੈਂਟ ਕੁਆਲਿਟੀ ਦੇ ਸਾਊਂਡਸ ਪ੍ਰੋਡਿਊਸ ਕਰ ਸਕਦੇ ਹਾਂ, ਉਹਨੂੰ ਅਸੀਂ, ਜਿੱਦਾਂ ਹਾਰਮੋਨੀਅਮ ਹੋ ਗਿਆ ਸਭ ਤੋਂ ਵਧੀਆ ਐਗਜ਼ਾਮਪਲ, ਗਿਟਾਰ, ਸਿਤਾਰ। ਓਕੇ ਜੀ, ਸੋ ਨੈਕਸਟ ਆ ਜਾਂਦਾ ਅੱਗੇ ਬੇਟਾ ਸਾਊਂਡ ਪ੍ਰੋਡਿਊਸਡ ਬਾਈ ਹਿਊਮਨਸ। ਠੀਕ ਹੈ, ਇਹ ਹੈ ਸਾਡਾ ਅੱਜ ਅਸੀਂ ਇੰਨਾ ਕੁ ਲਾਸਟ ਟੋਪਿਕ ਕਰ ਲੈਂਦੇ ਹਾਂ। ਵੈਨ ਯੂ ਪੁੱਟ ਯੂਰ ਹੈਂਡ ਫਾਰਮਲੀ ਔਨ ਯੂਰ ਥਰੋਟ ਐਂਡ ਸਿੰਗ, ਤੁਸੀਂ ਆਪਣੇ ਗਲੇ 'ਤੇ ਆ ਦੇਖੋ ਇਹਨੇ ਹੱਥ ਰੱਖਿਆ ਹੋਇਆ, ਦੈਨ ਤੁਸੀਂ ਸਿੰਗ ਕਰ ਰਹੇ ਹੋ ਜਾਂ ਬੋਲ ਰਹੇ ਹੋ, ਤੁਹਾਨੂੰ ਇੱਕ ਸਾਊਂਡ ਓ ਦੀ ਆਵਾਜ਼ ਸੁਣੋ। ਯੂ ਕੈਨ ਫੀਲ ਦਾ ਵਾਈਬ੍ਰੇਸ਼ਨ ਯੂਰ ਥਰੋਟ, ਤੁਸੀਂ ਅੱਗੇ ਇੱਥੇ ਹੱਥ ਰੱਖ ਕੇ ਦੇਖਿਓ, ਤੁਹਾਨੂੰ ਇੱਕ ਵਾਈਬ੍ਰੇਸ਼ਨ ਫੀਲ ਹੋਊਗੀ। ਠੀਕ ਹੈ, ਵੈਨ ਯੂ ਸਿੰਗ ਲੋ ਔਰ ਹਾਈ ਯੂ ਕੈਨ ਫੀਲ ਦਾ ਡਿਫਰੈਂਸ ਇਨ ਦਾ ਵਾਈਬ੍ਰੇਸ਼ਨ ਯੂਰ ਥਰੋਟ। ਜਦੋਂ ਤੁਸੀਂ ਬਹੁਤ ਸਲੋਅ ਗਾ ਰਹੇ ਹੋ ਅਤੇ ਜਦੋਂ ਤੁਸੀਂ ਬਹੁਤ ਜ਼ਿਆਦਾ ਹਾਈ ਗਾ ਰਹੇ ਹੋ, ਠੀਕ ਹੈ, ਅਤੇ ਉਹ ਜਿਹੜੀ ਵਾਈਬ੍ਰੇਸ਼ਨ ਹੋ ਰਹੀ ਨਾ ਜਦੋਂ ਤੁਸੀਂ ਸਲੋਅ ਗਾ ਰਹੇ ਹੋ ਬੇਟਾ ਉਹਦੇ ਵਿੱਚ, ਅਤੇ ਜਦੋਂ ਤੁਸੀਂ ਲਾਊਡਲੀ ਗਾ ਰਹੇ ਹੋ ਉਹ ਤੁਹਾਡੀ ਥਰੋਟ ਦੀ ਵਾਈਬ੍ਰੇਸ਼ਨ ਦੇ ਵਿੱਚ ਵੀ ਡਿਫਰੈਂਸ ਆਊਗਾ। ਠੀਕ ਹੈ, ਦ ਸਾਊਂਡ ਇਜ਼ ਪ੍ਰੋਡਿਊਸਡ ਬਾਈ ਵਾਇਸ ਬਾਕਸ ਔਰ ਅ ਲੈਰਿੰਕਸ। ਠੀਕ ਹੈ, ਇੱਕ ਜਿਹੜੀ ਸਾਊਂਡ ਪ੍ਰੋਡਿਊਸ ਹੁੰਦੀ ਹੈ, ਕਿਉਂਕਿ ਸਾਡੇ ਇੱਥੇ ਵੋਕਲ ਕਾਰਡਸ ਆ, ਦੇਖੋ ਆ ਪ੍ਰੈਜੈਂਟ ਆ ਵੋਕਲ ਕਾਰਡਸ ਆ। ਠੀਕ ਹੈ, ਸਾਊਂਡ ਇਜ਼ ਪ੍ਰੋਡਿਊਸਡ ਬਾਈ ਵਾਇਸ ਬਾਕਸ ਔਰ ਲੈਰਿੰਕਸ। ਇਟ ਇਜ਼ ਅਪਰ ਐਂਡ ਆਫ ਦਾ ਵਿੰਡ ਪਾਈਪ, ਵਿੰਡ ਪਾਈਪ ਤੋਂ ਉੱਪਰ ਪ੍ਰੈਜੈਂਟ ਹੁੰਦਾ। ਠੀਕ ਹੈ, two ligaments called vocal cords are stretched across the voice box larynx in such a way when the lungs force air through the narrow gap। ਜਦੋਂ ਲੰਗਸ ਜਿਹੜੀਆਂ ਏਅਰ ਇਹਦੇ ਵਿੱਚੋਂ ਪਾਸ ਹੁੰਦੀ ਹੈ, ਦਾ ਵੋਕਲ ਕਾਰਡ ਵਾਈਬਰੇਟ, ਸਾਡੀਆਂ ਵੋਕਲ ਕਾਰਡਸ ਵਾਈਬਰੇਟ ਕਰਦੀਆਂ, ਜਿਹਦੇ ਵਿੱਚ ਸਾਡੀ ਜਿਹੜੀ ਸਾਊਂਡ ਆ ਪ੍ਰੋਡਿਊਸ ਹੁੰਦੀ ਹੈ। ਮਸਲ ਅਟੈਚ ਟੂ ਵੋਕਲ ਕਾਰਡਸ ਕੈਨ ਮੇਕ ਦਾ ਕਾਰਡਸ ਟਾਈਟ ਔਰ ਲੂਜ਼। ਜਿਹੜੇ ਇਹਦੇ ਵਿੱਚ ਜਿੱਦਾਂ ਹੁਣ ਆਹ ਦੇਖੋ ਆਹ ਵੋਕਲ ਕਾਰਡਸ ਆ, ਠੀਕ ਹੈ, ਇਹਦੇ ਵਿੱਚ ਆ ਮਸਲਸ ਆ ਜਿਹੜੇ ਇਹਨਾਂ ਨੂੰ ਟਾਈਟ ਅਤੇ ਲੂਜ਼ ਕਰਨ ਦੇ ਵਿੱਚ ਹੈਲਪ ਕਰਦਾ ਹੈ। ਓਕੇ, ਆਹ ਵਾਲੀ ਚੀਜ਼ ਬਣਾਈ ਆ ਮੈਂ ਇਹਦੇ ਵਿੱਚ। ਓਕੇ ਬੇਟਾ, ਵੈਨ ਦਾ ਵੋਕਲ ਕਾਰਡਸ ਆ ਟਾਈਟ ਐਂਡ ਥਿੰਕ ਦਾ ਸਾਊਂਡ ਪ੍ਰੋਡਿਊਸਿਸ ਹਾਇਰ ਪਿਚ ਔਰ ਫ੍ਰੀਕੁਐਂਸੀ। ਠੀਕ ਹੈ, ਜਦੋਂ ਟਾਈਟ ਹੁੰਦਾ ਉਦੋਂ ਫ੍ਰੀਕੁਐਂਸੀ ਹਾਈ ਪ੍ਰੋਡਿਊਸ ਹੁੰਦੀ ਹੈ, ਜਦੋਂ ਉਹ ਵੈਨ ਲੂਜ਼ ਹੁੰਦਾ ਵੋਕਲ ਕਾਰਡਸ ਉਦੋਂ ਜਿਹੜੀ ਫ੍ਰੀਕੁਐਂਸੀ ਉਹਦੀ ਲੋ ਹੁੰਦੀ ਹੈ। ਓਕੇ ਜੀ, frequency of the sound produced by women and children is higher than the frequency of the sound produced by men because the men have the longer vocal cords than the women children। ਇਹ ਤੁਹਾਨੂੰ ਪਹਿਲਾਂ ਦੱਸ ਚੁੱਕਾ। ਠੀਕ ਹੈ, ਸੋ ਵੋਕਲ ਕਾਰਡਸ ਦਾ ਫੰਕਸ਼ਨ ਆ ਤੁਸੀਂ ਦੇਖ ਸਕਦੇ ਹੋ, ਐਕਟੀਵਿਟੀ ਪੜ੍ਹਨਾ ਨਾ ਔਰ ਇਹਨੂੰ ਅਪਲਾਈ ਵੀ ਕਰਕੇ ਦੇਖਣਾ। ਸਟਰਕਚਰ ਐਂਡ ਹਿਊਮਨ ਈਅਰ ਬਾਰੇ ਪੜ੍ਹਨਾ ਤੁਸੀਂ ਹੁਣ, ਇਹ ਬਹੁਤ ਇੰਪੋਰਟੈਂਟ ਟੋਪਿਕ ਆ। ਠੀਕ ਹੈ, ਯੂ ਆਰ ਏਬਲ ਟੂ ਹੀਅਰ ਸਾਊਂਡ ਫਰੋਮ ਯੂਅਰ ਸਰਾਊਂਡਿੰਗ ਥਰੂ ਦਾ ਸੈਂਸ ਆਫ ਔਰਗਨਸ। ਘਰ ਯਾਰ ਅਸੀਂ ਕਿਹਦੇ ਨਾਲ ਸੁਣਦੇ ਹਾਂ ਜੋ ਵੀ ਸਾਊਂਡ ਵਗੈਰਾ,
ਅਸੀਂ ਈਅਰ ਦੇ ਨਾਲ ਸੁਣਦੇ ਹਾਂ ਬੇਟਾ। ਸੋ ਸਾਊਂਡ ਪ੍ਰੋਪਗੇਟਡ ਥਰੂ ਏਅਰ, ਜੋ ਏਅਰ ਦੇ ਵਿੱਚੋਂ ਪਾਸ ਹੋ ਕੇ ਹਵਾ ਆਵਾਜ਼ ਸਾਡੇ ਤੱਕ ਪਹੁੰਚਦੀ ਆ ਅਤੇ ਸਾਨੂੰ ਸੁਣਾਈ ਦਿੰਦੀ ਆ। ਲੈਟ ਅਸ ਸਟੱਡੀ ਦਾ ਸਟਰਕਚਰ ਆਫ ਹਿਊਮਨ ਈਅਰ। ਕਿੱਦਾਂ ਦਾ ਹੁੰਦਾ ਈਅਰ ਦੇ 3 ਪਾਰਟ ਹੁੰਦੇ ਆ ਬੇਟਾ। ਆਊਟਰ ਈਅਰ ਹੁੰਦਾ ਆ ਆਹ ਵਾਲਾ, ਠੀਕ ਹੈ। ਦੈਨ ਉਸ ਤੋਂ ਬਾਅਦ ਮਿਡਲ ਈਅਰ ਹੁੰਦਾ ਬੇਟਾ, ਠੀਕ ਹੈ। ਦੈਨ ਇਨਰ ਈਅਰ। ਹੁਣ ਜਿਹੜਾ ਆਊਟਰ ਈਅਰ ਹੈ ਨਾ ਬੇਟਾ, ਇਹਦੇ ਵਿੱਚ ਫਲੈਪ ਲਾਈਕ ਕਾਰਟਿਲੇਜ ਸਟਰਕਚਰ ਹੁੰਦਾ, ਉਹਨੂੰ ਪਿੰਨਾ ਬੋਲਦੇ ਆ। ਦੇਖੋ ਜਿਹੜਾ ਤੁਹਾਡਾ ਬਾਹਰਲਾ ਪਾਰਟ ਆ, ਠੀਕ ਹੈ। ਵਨ ਔਰ ਈਚ ਸਾਈਡ ਆਫ ਫੇਸ, ਦੋਨੇ ਪਾਸੇ ਪ੍ਰੈਜੈਂਟ ਆ ਤੁਹਾਡੇ। ਇਟ ਕਲੈਕਟ ਦਾ ਸਾਊਂਡ ਵੇਵਸ, ਇਹਨੇ ਕੀ ਕਰਨਾ ਸਾਊਂਡਸ ਨੂੰ ਕਲੈਕਟ ਕਰਨਾ ਹੈ। ਪਿੰਨਾ ਇਜ਼ ਫਰਦਰ ਕਨੈਕਟਡ ਟੂ ਈਅਰ ਕਨਾਲ, ਇਹ ਸਾਡੇ ਕਿਹਦੇ ਨਾਲ ਕਨੈਕਟਡ ਆ, ਇਹ ਸਾਡੇ ਆ ਦੇਖੋ ਆਹ ਈਅਰ ਕਨਾਲ ਆ ਰਸਤਾ ਜਿਹੜਾ, ਇਹਨੂੰ ਅਸੀਂ ਈਅਰ ਕਨਾਲ ਬੋਲਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਆ ਜਾਂਦਾ ਬੇਟਾ ਐਟ ਦਾ ਐਂਡ ਆਫ ਵਿਚ ਈਅਰ ਡਰਮ ਇਜ਼ ਪ੍ਰੈਜੈਂਟ। ਇਹਦੇ ਲਾਸਟ 'ਤੇ ਕੀ ਪ੍ਰੈਜੈਂਟ ਹੁੰਦਾ ਬੇਟਾ, ਆਹ ਦੇਖੋ ਈਅਰ ਡਰਮ ਆ, ਆਹ ਵਾਲਾ ਆਹ ਈਅਰ ਡਰਮ ਆ ਬੇਟਾ, ਇੱਥੇ ਪ੍ਰੈਜੈਂਟ ਆ, ਠੀਕ ਹੈ। ਸੋ ਈਅਰ ਡਰਮ, ਇਹਨੂੰ ਟੰਪੈਨਿੰਗ ਮੈਂਬਰੇਨ ਵੀ ਬੋਲਦੇ ਹਾਂ ਅਸੀਂ। ਵਾਟ ਇਜ਼ ਦਾ ਅਦਰ ਨੇਮ ਆਫ ਈਅਰ ਡਰਮ, ਟੰਪੈਨਿੰਗ ਮੈਂਬਰੇਨ। ਇਹ ਸਟੈਚ ਮੈਂਬਰੇਨ ਹੁੰਦੀ ਹੈ, ਸੈਪਰੇਟਸ ਦਾ ਆਊਟਰ ਈਅਰ ਫਰੋਮ ਦਾ ਮਿਡਲ ਈਅਰ। ਇਹ ਆਊਟਰ ਈਅਰ ਨੂੰ ਮਿਡਲ ਈਅਰ ਤੋਂ ਵੱਖਰਾ ਕਰਦਾ ਹੈ, ਠੀਕ ਹੈ। ਸੋ ਮਿਡਲ ਈਅਰ ਕੀ ਕਰਦਾ ਨਾ, ਸੈਕਿੰਡ ਪਾਰਟ ਆਉਂਦਾ ਮਿਡਲ ਈਅਰ। ਇਹਦੇ ਵਿੱਚ ਚੇਨ ਆਫ 3 ਇਹਦੇ 3 ਬੋਨਸ ਪ੍ਰੈਜੈਂਟ ਹੁੰਦੀਆਂ ਬੇਟਾ, ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ। 3 ਬੋਨਸ, ਵਿਚ ਆਫ ਦਾ 3 ਬੋਨਸ ਆਰ ਪ੍ਰੈਜੈਂਟ ਇਨ ਦਾ ਮਿਡਲ ਈਅਰ, ਹੈਮਰ, ਐਨਵਿਲ ਐਂਡ ਸਟਿਰਪ। ਇਹ 3 ਬੋਨਸ ਪ੍ਰੈਜੈਂਟ ਹੁੰਦੀਆਂ ਸਾਡੇ ਈਅਰਸ ਦੇ ਵਿੱਚ, ਇਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ, ਬਹੁਤ ਇੰਪੋਰਟੈਂਟ ਆ। ਹੈਮਰ ਇਜ਼ ਕਨੈਕਟਡ ਟੂ ਈਅਰ ਡਰਮ। ਹੁਣ ਜਿਹੜਾ ਈਅਰ ਡਰਮ ਜਿਹੜਾ ਆਊਟਰ ਈਅਰ ਦਾ ਪਾਰਟ ਸੀਗਾ ਆਹ ਵਾਲਾ, ਠੀਕ ਹੈ, ਆਹ ਵਾਲਾ ਸੌਰੀ ਆਹ ਵਾਲਾ, ਠੀਕ ਹੈ। ਇਹ ਇਹਦੇ ਨਾਲ ਕਨੈਕਟਡ ਆ ਹੈਮਰ ਜਿਹੜੀ ਬੋਨ ਆ। ਲੱਗ ਗਈ ਸਮਝ? ਇਹ ਜੋ ਵੀ ਦੱਸ ਰਹੇ ਪਲੀਜ਼ ਨੋਟ ਡਾਊਨ ਕਰ ਲਿਓ। ਇਨਰ ਮੋਸਟ ਬੋਨ ਔਰ ਸਟਿਰਪ ਇਜ਼ ਕਨੈਕਟਡ ਟੂ ਇਨਰ ਈਅਰ। ਔਰ ਜਿਹੜੀ ਇਹ ਥਰਡ ਬੋਨ ਆ, ਥਰਡ ਬੋਨ ਕਿਹੜੀ ਆ, ਆਹ ਸਟਿਰਪ, ਇਹ ਕਨੈਕਟਡ ਹੈਗੀ ਆ ਇਨਰ ਈਅਰ ਨਾਲ, ਇੱਧਰਲੇ ਪਾਸੇ ਨਾਲ, ਠੀਕ ਹੈ। ਔਰ ਜਿਹੜੀ ਹੈਮਰ ਬੋਨ ਆ ਉਹ ਕਨੈਕਟਡ ਹੈਗੀ ਆ ਆਊਟਰ ਨਾਲ, ਇਹ ਗੱਲ ਯਾਦ ਰੱਖਣੀ ਹੈ, ਓਕੇ ਜੀ। ਸੋ these 3 bones are named according to shapes and collectively called ossicles. Middle ear is connected to the throat through the eustachian tube, ठीक है, ਇਹਨੂੰ ਅਸੀਂ eustachian tube ਵੀ ਬੋਲਦੇ ਹਾਂ। ਆਹ ਦੇਖੋ ਮਿਡਲ ਈਅਰ ਇਜ਼ ਕਨੈਕਟਡ ਟੂ ਦਾ ਥਰੋਟ ਥਰੂ, ਆਹ ਜਿਹੜੀ eustachian tube ਆ ਇਹ ਸਾਡੇ ਗਲੇ ਦੇ ਨਾਲ, ਜਿਹੜਾ ਵੋਕਲ ਕਾਰਡ ਸੀਗਾ ਉੱਥੇ ਥਰੋਟ ਹੁੰਦਾ, ਉੱਥੇ ਜਾ ਕੇ ਇਹ ਅਟੈਚ ਆ। ਤੁਸੀਂ ਦੇਖੋ ਨਾ ਕਈ ਵਾਰ ਆਪਾਂ ਕੰਨ 'ਚ ਦਵਾਈ ਪਾਉਂਦੇ ਹਾਂ ਤਾਂ ਹੀ ਉਹ ਸਾਡੇ ਗਲੇ 'ਚ ਆ ਜਾਂਦੀ ਆ, ਯੂ ਨੋਟ ਡਾਊਨ ਦੈਟ, ਉਹ ਤਾਂ ਹੀ ਹੁੰਦੀ ਕਿਉਂਕਿ ਜਿਹੜੀ ਸਾਡੀ eustachian tube ਆ ਸਾਡੇ ਗਲੇ ਦੇ ਨਾਲ ਜਾ ਕੇ ਥਰੋਟ ਦੇ ਨਾਲ ਅਟੈਚ ਹੁੰਦੀ ਹੈ, ਆਹ ਵਾਲੀ, ਓਕੇ ਬੇਟਾ। ਸੋ ਇਨਰ ਈਅਰ ਨੈਕਸਟ ਆ ਜਾਂਦਾ। ਇਨਰ ਈਅਰ ਇਹਦੇ ਵਿੱਚ ਕੋਕਲੀਆ ਪ੍ਰੈਜੈਂਟ ਹੁੰਦਾ ਹੈ ਬੇਟਾ, ਕੋਕਲੀਆ ਐਂਡ ਸੈਮੀ ਸਰਕੂਲਰ ਕੈਨਾਲਸ ਪ੍ਰੈਜੈਂਟ ਹੁੰਦੇ ਆ। ਆਹ ਦੇਖੋ ਆਹ ਕੋਕਲੀਅਰ ਆ, ਇਹਨੂੰ ਸੈਮੀ ਸਰਕੂਲਰ ਕੈਨਾਲਸ ਬੋਲਦੇ ਆ। ਆਹ ਸਾਡਾ ਇਨਰ ਈਅਰ ਆ, ਠੀਕ ਹੈ। ਹੁਣ ਮੈਂ ਤੁਹਾਨੂੰ ਅਲੱਗ ਅਲੱਗ ਕਰਕੇ ਦੱਸ ਦਿੰਦਾ ਬੇਟਾ ਤਿੰਨੇ ਪਾਰਟਸ। ਪਹਿਲੇ ਨੰਬਰ 'ਤੇ ਮੈਂ ਕਹਿੰਦਾ ਪਿਆ ਆਊਟਰ ਈਅਰ ਆ, ਆਹ ਵਾਲਾ ਇੱਥੇ ਤੱਕ ਆਊਟਰ ਈਅਰ ਆ ਬੇਟਾ, ਓਕੇ ਜੀ। ਕਿਉਂਕਿ ਆਊਟਰ ਈਅਰ ਦੇ ਵਿੱਚ ਈਅਰ ਡਰਮ ਵੀ ਪ੍ਰੈਜੈਂਟ ਆ, ਈਅਰ ਕੈਨਾਲ ਵੀ ਇਹਦੇ ਵਿੱਚ ਆ। ਦੂਜੇ ਨੰਬਰ 'ਤੇ ਬੇਟਾ ਆ ਜਾਂਦਾ ਤੁਹਾਡਾ ਮਿਡਲ ਈਅਰ, ਜਿਹਦੇ ਵਿੱਚ 3 ਬੋਨਸ ਪ੍ਰੈਜੈਂਟ ਆ, ਹੈਮਰ, ਐਨਵਿਲ ਅਤੇ ਸਟਿਰਪ। ਹੈਮਰ ਜਿਹੜੀ ਹੁੰਦੀ ਆ ਉਹ ਅਟੈਚ ਹੁੰਦੀ ਆ ਕਿਹਦੇ ਨਾਲ, ਈਅਰ ਡਰਮ ਦੇ ਨਾਲ। ਔਰ ਸਟਿਰਪ ਜਿਹੜੀ ਅਟੈਚ ਹੁੰਦੀ ਆ ਉਹ ਕਿਹਦੇ ਨਾਲ, ਇਨਰ ਈਅਰ ਦੇ ਨਾਲ, ਓਕੇ ਜੀ, ਇਹ ਗੱਲ ਯਾਦ ਰੱਖਣੀ। ਉਸ ਤੋਂ ਬਾਅਦ ਇਨਰ ਈਅਰ ਦੇ ਵਿੱਚ ਕੀ ਪ੍ਰੈਜੈਂਟ ਹੁੰਦਾ, ਕੋਕਲੀਆ। ਔਰ ਜਿਹੜਾ ਲਾਸਟ ਵਨ ਜਿਹੜਾ ਸਾਡਾ ਇੰਟਰਨਲ ਔਰਗਨ ਆ ਇੱਕ ਇਨਰ ਈਅਰ ਆ ਗਿਆ, ਜਿਹਦੇ ਵਿੱਚ ਸੈਮੀ ਸਰਕੂਲਰ ਕੈਨਾਲਸ ਐਂਡ ਕੋਕਲੀਆ ਪ੍ਰੈਜੈਂਟ ਹੁੰਦਾ ਹੈ, ਠੀਕ ਹੈ। ਔਰ eustachian tube ਤੁਹਾਨੂੰ ਪੁੱਛ ਸਕਦੇ ਆ ਪੇਪਰ ਦੇ ਵਿੱਚ MCQ ਤੋਂ, eustachian tube ਕਿਹੜੇ ਪਾਰਟ ਦੇ ਵਿੱਚ ਪ੍ਰੈਜੈਂਟ ਹੁੰਦੀ ਹੈ। ਹੁਣ ਦੇਖ ਲਓ ਇਹਦੇ ਵਿੱਚ ਇਸ ਈਅਰ ਵਾਲੇ ਟੌਪਿਕ ਦੇ ਵਿੱਚੋਂ ਬੇਟਾ ਬਹੁਤ ਸਾਰੇ ਕੁਐਸਚਨਸ ਬਣਦੇ ਆ ਤੁਹਾਡੇ, ਠੀਕ ਹੈ। ਈਅਰ ਡਰਮ ਕਿਹੜੇ ਪਾਰਟ 'ਚ ਪ੍ਰੈਜੈਂਟ ਹੁੰਦਾ, ਈਅਰ ਕਨਾਲ ਕਿਹਦੇ ਪਾਰਟ 'ਚ, ਪਿੰਨਾ ਕਿਹਦਾ ਪਾਰਟ ਆ ਆਊਟਰ ਈਅਰ ਦਾ, ਮਿਡਲ ਈਅਰ ਦੇ ਵਿੱਚ ਕਿੰਨੀਆਂ ਬੋਨਸ ਪ੍ਰੈਜੈਂਟ ਆ, ਉਹਨਾਂ 3 ਬੋਨਸ ਦੇ ਵਿੱਚ ਪ੍ਰੈਜੈਂਟ ਕੀ, ਕੱਲੀ ਬੋਨ ਵੀ ਪੁੱਛ ਸਕਦਾ ਹੈ। ਹੈਮਰ ਬੋਨ ਕਿਹੜੇ ਵਿੱਚ ਪ੍ਰੈਜੈਂਟ ਹੁੰਦੀ ਆ, ਐਨਵਿਲ ਕਿਹਦੇ ਵਿੱਚ ਪ੍ਰੈਜੈਂਟ ਹੁੰਦੀ ਆ, ਸੈਮੀ ਸਰਕੂਲਰ ਕੈਨਾਲਸ ਕਿਹਦੇ ਵਿੱਚ ਪ੍ਰੈਜੈਂਟ ਆ, ਕੋਕਲੀਆ ਕਿਹਦੇ ਵਿੱਚ ਪ੍ਰੈਜੈਂਟ ਆ, eustachian tube ਕਿਹੜੇ ਪਾਰਟ ਦੇ ਵਿੱਚ ਪ੍ਰੈਜੈਂਟ ਆ ਅਤੇ ਕਿਹਦੇ ਨਾਲ ਕਨੈਕਟ ਹੁੰਦੀ ਹੈ ਜਾ ਕੇ। ਇਹ 2 ਕੁਐਸਚਨ ਬਣਦੇ eustachian tube ਦੇ, ਓਕੇ ਬੇਟਾ, ਦੋਨੇ ਕਲੀਅਰ ਤੁਹਾਨੂੰ ਹੋਣੇ ਚਾਹੀਦੇ ਆ, ਠੀਕ ਹੈ। eustachian ਜਿਹੜਾ ਉਹ ਮਿਡਲ ਪਾਰਟ ਦਾ ਹਿੱਸਾ ਆ, ਓਕੇ, ਬਟ ਕਨੈਕਟਡ ਕਿਹਦੇ ਨਾਲ ਹੁੰਦਾ, ਸਾਡੇ ਥਰੋਟ ਦੇ ਨਾਲ, ਗਲੇ ਦੇ ਨਾਲ ਜਾ ਕੇ,
ओके जी। ਕੋਕਲੀਆ ਜਿਹੜਾ ਸਪਾਇਰਲ ਕੋਇਲ ਟਿਊਬ ਹੁੰਦੀ ਆ, ਹੁਣ ਆਪਾਂ ਇਨਰ ਈਅਰ ਦੀ ਗੱਲ ਕਰ ਲਈਏ। ਕੋਕਲੀਆ ਜਿਹੜੀ ਆ ਉਹ ਇੱਕ ਸਪਾਇਰਲੀ ਕੋਇਲ ਟਿਊਬ ਹੁੰਦੀ ਆ। ਲੁਕਸ ਲਾਈਕ ਅ ਸਨੇਲ ਸ਼ੈਲ, ਇਟ ਇਜ਼ ਫਿਲਡ ਵਿਦ ਅ ਫਲੂਇਡ ਹੈਜ਼ ਮੈਨੀ ਹੇਅਰ ਸੈਲਸ ਇਨਸਾਈਡ ਇਟ। ਠੀਕ ਹੈ, ਫਲੂਇਡ ਇਹਦੇ ਫਲੂਇਡ ਨਾਲ ਪ੍ਰੈਜੈਂਟ ਹੁੰਦੀ ਹੈ, ਫਿਲ ਕੀਤੀ ਹੁੰਦੀ ਹੈ। ਰਿਸੈਪਟਰਸ ਐਂਡ ਇੰਪਲਸ ਥਰੂ ਦ ਸੈਂਸਰੀ ਨਿਊਰੋਨਸ ਟੂ ਰੋਡ ਨਰਵ that connects inner ear to the brain। ਇਹਦਾ ਮੇਨ ਫੰਕਸ਼ਨ ਕੀ ਆ? ਠੀਕ ਹੈ, ਇਹਦੇ ਵਿੱਚ ਰਿਸੈਪਟਰਸ ਪ੍ਰੈਜੈਂਟ ਹੁੰਦੇ ਉਹਨੇ ਫੰਕਸ਼ਨ ਜਿਹੜਾ ਸਾਡੇ ਇਨਰ ਅੱਗੇ ਬ੍ਰੇਨ ਨੂੰ ਸੈਂਡ ਕਰਨਾ। ਹੁਣ ਆਹ ਦੇਖੋ ਤੇ ਆਹ ਟੇਬਲ ਆ, ਇਹ ਇੰਪੋਰਟੈਂਟ ਹੈ ਸਾਰਾ। ਪਿੰਨਾਂ ਨੇ ਸਾਊਂਡ ਕਲੈਕਟ ਕੀਤਾ, ਪਿੰਨਾ ਕਿਹੜਾ? ਆਊਟਰ ਈਅਰ ਦਾ। ਠੀਕ ਆ, ਉਹਨੇ ਕਿੱਥੇ ਭੇਜਿਆ? ਈਅਰ ਡਰਮ ਕੋਲ। ਈਅਰ ਡਰਮ ਵੀ ਆਊਟਰ ਪਾਰਟ ਦਾ ਆ। ਠੀਕ ਹੈ, ਕਿਹਦੇ ਥਰੂ? ਈਅਰ ਕਨਾਲ ਦੇ ਥਰੂ। ਵੈਨ ਦਾ ਸਾਊਂਡ ਵੇਵਸ ਫਾਲਸ ਔਨ ਦਾ ਈਅਰ ਡਰਮ ਦੇ ਮੇਕ ਦਾ ਈਅਰ ਡਰਮ ਵਾਈਬਰੇਟ। ਜਦੋਂ ਸਾਊਂਡ ਜਿਹੜੀ ਆ ਬਾਹਰੋਂ ਸਾਊਂਡ ਜਿਹੜੀ ਅੰਦਰ ਆਉਂਦੀ ਆ, ਅੰਦਰ ਆਈ, ਉਹਨੇ ਈਅਰ ਡਰਮ ਦੇ ਉੱਪਰ ਫਾਲ ਕੀਤੀ, ਈਅਰ ਡਰਮ ਕੀ ਹੋਇਆ? ਵਾਈਬਰੇਟ ਹੋਇਆ। ਠੀਕ ਹੈ, ਫਿਰ ਦਾ 3 ਬੋਨਸ ਹੈਮਰ ਐਨਵਿਲ ਐਂਡ ਸਟ੍ਰਿਪਸ ਰਿਸੀਵ ਦਾ ਵਾਈਬਰੇਸ਼ਨ ਫਰੋਮ ਦਾ ਈਅਰ ਡਰਮ। ਉਹ ਜਿਹੜੀ ਵਾਈਬਰੇਸ਼ਨ ਕਿਸ ਤੋਂ ਬਾਅਦ ਹੋਈ? ਉਹ 3 ਬੋਨਸ ਦੇ ਕੋਲ। ਉਹ 3 ਬੋਨਸ ਨੇ ਉਹਨੂੰ ਐਂਪਲੀਫਾਈ ਕੀਤਾ। ਐਂਪਲੀਫਾਈ ਮਤਲਬ ਉਸ ਆਵਾਜ਼ ਨੂੰ ਕਲੀਅਰ ਕੀਤਾ। ਠੀਕ ਹੈ, ਦੈਨ ਕੋਕਲੀਆ ਜਿਹੜੀ ਆ ਉਹਨੇ ਉਸ ਐਂਪਲੀਫਾਈਡ ਵਾਈਬਰੇਸ਼ਨ ਨੂੰ ਕਲੈਕਟ ਕੀਤਾ ਇੱਥੋਂ। ਆਹ ਕੋਕਲੀਆ ਨੇ ਇਕੱਲੇ ਇਕੱਲੇ ਦਾ ਫੰਕਸ਼ਨ ਬੇਟਾ ਪਤਾ ਹੋਣਾ ਚਾਹੀਦਾ। ਕੋਕਲੀਆ ਨੇ 3 ਬੋਨਸ ਕੋਲੋਂ ਜਿਹੜੀ ਆ ਉਹ ਵਾਈਬਰੇਸ਼ਨ ਕਲੈਕਟ ਕੀਤੀ। ਦ ਸੈਂਸਿਟਿਵ ਈਅਰ ਸੈਲ ਜਿਹਦੇ ਵਿੱਚ ਕੋਕਲੀਆ ਦੇ ਵਿੱਚ ਪ੍ਰੈਜੈਂਟ ਹੁੰਦੇ ਆ, ਉਹਨਾਂ ਨੇ ਉਹਨੂੰ ਕਿਹਦੇ ਵਿੱਚ ਕਨਵਰਟ? ਇੰਪਲਸ, ਨਰਵ ਇੰਪਲਸ ਦੇ ਵਿੱਚ ਕਨਵਰਟ ਕਰਤਾ। ਨਰਵ ਇੰਪਲਸ ਜਿਹੜੀ ਆ ਉਹ ਕਿਹਦੇ ਕੋਲ ਲੈ ਕੇ ਗਈ? ਉਹਨੂੰ ਬ੍ਰੇਨ ਕੋਲੋਂ ਲੈ ਕੇ ਗਈ। ਕਿਹਦੇ ਥਰੂ? ਆਡੀਟਰੀ ਨਰਵ ਦੇ ਥਰੂ। ਸੋ ਬ੍ਰੇਨ ਨੇ ਨਰਵ ਇੰਪਲਸ ਨੂੰ ਕਿਹ 'ਚ ਕਨਵਰਟ ਕਰਤਾ? ਸਾਊਂਡਸ ਦੇ ਵਿੱਚ। ਠੀਕ ਹੈ ਬੇਟਾ, ਸੋ ਇੱਥੇ ਤੱਕ ਆਪਾਂ ਅੱਜ ਕਰਾਂਗੇ, ਇੰਨਾ ਬਹੁਤ ਆ ਤੁਹਾਡੇ ਲਈ। ਸੋ ਪਲੀਜ਼ ਇਹ ਵੀਡੀਓ ਨੂੰ ਚੰਗੀ ਤਰ੍ਹਾਂ ਦੇਖੋ। 35-6 ਮਿੰਟਸ ਦੀ ਵੀਡੀਓ ਬਣ ਚੁੱਕੀ ਆ। ਸੋ ਇਕੱਲੇ ਜਿਹੜੇ ਕੁਐਸਚਨਸ ਦੱਸੇ ਆ ਇਹਦੇ ਵਿੱਚ ਈਅਰ ਟੋਪਿਕ ਦੇ ਵਿੱਚੋਂ ਬਹੁਤ ਸਾਰੇ ਕੁਐਸਚਨਸ ਆ, ਤੁਹਾਨੂੰ ਸਾਰੇ ਕਲੀਅਰ ਹੋਣੇ ਚਾਹੀਦੇ। ਡਾਇਗਰਾਮ ਸਾਰਿਆਂ ਨੇ ਬਣਾਉਣੀ ਆ ਬੇਟਾ ਕਾਪੀ ਦੇ ਵਿੱਚ ਆਪਣੀ, ਇੰਪੋਰਟੈਂਟ ਆਏ ਤੁਹਾਨੂੰ। ਆਹ ਚਾਰਟ ਜਿਹੜਾ ਇਹ ਸਾਰਾ ਇੰਪੋਰਟੈਂਟ ਹੈ, ਬਹੁਤ ਸਾਰੇ ਕੁਐਸਚਨਸ ਬਣਦੇ ਇਹਦੇ ਵਿੱਚੋਂ MCQs। ਓਕੇ ਬੇਟਾ, ਸੋ ਥੈਂਕ ਯੂ ਬੇਟਾ, ਹੈਵ ਏ ਨਾਈਸ ਡੇ।